का खालसा वाहिगुरु जी की फतेह। पतत पावन भगत वत्सल करना निधान शब्द सतगुरु श्री गुरु ग्रंथ साहिब जियां दे पावन हजूरी विच संध्या दे दीवाना अंदर बड़े ही प्रेम सहित आप जी जुड़ बैठे हो। आओ इस समय नू सतगुरां दे प्यार विच सफला बनाइए। इतिहास के पावन प्रसंगां तो आप जी ने सरवण किया। भाई बाला जी ने गुरु अंगद देव पातशाह जी के दरबार विच सिख संगतां दे सवालों के जवाब दिते कि वे चार युगां दे विचों कलयुग बड़ा महान है। सौखा राह गुरु नानक पातशाह जी ने परमात्मा नूं मिलण दा दर्शाया है। विस्तार सहित आप जी ने सरवण किया है। आओ जी कुछ समा मन चित व्यक्तियां नूं एकाग्र चित बनाइए। पाओ प्रेम दी सांझ, आसीस बख्शो। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा श्री गुरु पग गिरओट ममा छोड़ो कबू न भूल। महाकवि भाई संतोख सिंह जी सतगुरां दी पावन महिमा लिखते ने। गुरु नानक पातशाह दे चरण एक गिर पहाड़ दे समान हन। तू पर्वत मेरा ओला राम। जिस पहाड़ दा मैनू ओला है आसरा है, मैं सुपने विच भी ऐसे सतगुरां दे चरनां नूं कदे विसारा ना। नवे प्रसंग दी आरंभता दे विच गुरु नानक साहिब जी दे चरनां नूं प्रेम नाल परसदे हन। बिगन जे पवन समान है ताको डर नह मूल। मैनू गुरु पहाड़ दे हुंदियां डर कोई नहीं। हवा वर्गे बिघन बेकार मैनू छो नहीं सकते जदों मैनू पर्वत सतगुर दी ओट है। पहाड़ां दीयां ओटां थल्ले बड़े बड़े तूफान थम जांदे ने। मैं कदे भी अपने साहिब नूं विसारा ना भुला ना। हर वेले चितारदा रहां। जिस दाते ने मेरे ताने अते मन दे दुखां नूं नित ही कटिया है। श्री बल संधर वाच चौपई कै बाला श्री अंगद सुनिए। गुरु इतिहास सर्ब शुभ गुणिए। सतगुरां दी ये पावन जीवन कथा भाई बाला जी अपनी मुबारक रसना तो उचार रहे हैं। धन धन श्री गुरु अंगद देव जी महाराज कृपा करके आप जी इस पावन कथा नूं सरवण करो। मैं उवे जिवे ही उचारांगा जिवे मेरे पातशाह ने चूल बरताई। आज फिर तो दरबार सजे है। बेअंत संगतां बैठियां ने हजारां दी गिणती विच। अमृत वेले गुरु अंगद देव पातशाह चौंकड़ा ला के बैठे ने। भाई बाला जी कथा सुनाउण वास्ते
ਦੋਨੇ ਹੱਥ ਜੋੜਿਆ, ਸੀਸ ਮੰਗਦੇ ਨੇ, ਆਗਿਆ ਮੰਗਦੇ ਨੇ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਗਿਆ ਬਖਸ਼ੀ ਹੈ। ਗੁਰੂ ਨਾਨਕ ਸਾਹਿਬ ਦੀ ਮਹਿਮਾ ਪਿਆਰ ਵਿੱਚ ਭਿੱਜ ਕੇ ਗਾਉਂਦੇ ਹਨ। ਨਾਰਦ ਸੋ ਮਿਲ ਕਰ ਤੇ ਕਲ, ਆਗੇ ਗਵਣੇ ਦੀਨ ਦਿਆਲਾ। ਮਹਾਪੁਰਖ ਨਾਰਦ ਮੁਨੀ ਜੀ ਨੂੰ ਮਿਲਣ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਅਗਲੇ ਸਫ਼ਰ ਵੱਲ ਵਧ ਪਏ। ਇੱਥੇ ਸਫ਼ਰ ਤਰਤੀਬਵਾਰ ਨਹੀਂ ਹੈ। ਬੇਸ਼ੱਕ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਪ੍ਰੋਪਰ ਤਰਤੀਬ ਲਿਖੀ ਹੋਈ ਹੈ, ਕਿਉਂਕਿ ਇਸ ਸਮੇਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਪਟਨਾ ਸਾਹਿਬ ਤੋਂ ਬਾਅਦ ਬੋਧ ਗਇਆ ਜਾਂਦੇ ਨੇ, ਜੋ ਬਿਹਾਰ ਦਾ ਇਲਾਕਾ ਹੈ। ਫਿਰ ਸੀਤਲ ਕੁੰਡ ਦਾ ਇਲਾਕਾ, ਜੋ ਪਟਨਾ ਸਾਹਿਬ ਤੋਂ 150 ਕਿਲੋਮੀਟਰ ਦੀ ਦੂਰੀ ਤੇ। ਪਰ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ ਮਨੀਪੁਰ, ਜਿਹਨੂੰ ਅੱਜ ਕੱਲ੍ਹ ਸ਼ਹਿਰ ਕਹਿੰਦੇ ਮਨੀਪੁਰ, ਸੋਨਦੀਪ ਦਾ ਇਲਾਕਾ। ਤਰਤੀਬ ਵਾਈਜ਼ ਇਹ ਪ੍ਰਸੰਗ ਨਹੀਂ, ਕੋਈ ਪਹਿਲਾਂ ਆ ਜਾਂਦਾ ਹੈ, ਕੋਈ ਬਾਅਦ ਵਿੱਚੋਂ ਆ ਜਾਂਦਾ ਹੈ, ਪਰ ਕੋਈ ਵੱਡੀ ਗੱਲ ਨਹੀਂ ਹੈ। ਆਪਾਂ ਤੇ ਸਤਿਗੁਰਾਂ ਦੀ ਮਹਿਮਾ ਨੂੰ ਸਰਵਣ ਕਰਨਾ ਹੈ, ਲਾਹਾ ਕਰਨਾ। ਭਾਈ ਬਾਲਾ ਜੀ ਆਖਣ ਲੱਗੇ, ਗੁਰੂ ਨਾਨਕ ਸਾਹਿਬ ਮਹਾਰਾਜ ਨਾਰਦ ਮੁਨੀ ਨੂੰ ਮਿਲਣ ਤੋਂ ਬਾਅਦ ਅਗਲੇ ਸਫ਼ਰ ਵੱਲ ਜਦੋਂ ਵਧੇ ਨੇ, ਕਹਿੰਦੇ ਸਾਨੂੰ ਉਹ ਬਚਨ ਚੇਤੇ ਆਉਂਦੇ ਨੇ ਜੋ ਨਾਰਦ ਮੁਨੀ ਜੀ ਦੀ ਮੁਲਾਕਾਤ ਵਿੱਚ ਹੋਏ, ਕਿਉਂਕਿ ਰੱਬ ਦੇ ਪਿਆਰੇ ਨੇ, ਰੱਬ ਦੀਆਂ ਗੱਲਾਂ ਕਰਦੇ। ਕਈ ਇਲਾਕਿਆਂ ਤੋਂ, ਪਿੰਡਾਂ ਤੋਂ ਵਿਚਰਦੇ ਸਤਿਗੁਰ ਦੂਰ ਗਏ। ਸਿੰਧ ਵਿਖੇ ਟਾਪੂ ਇੱਕ ਆਵਾ, ਦੇਸ਼ ਵਿਸ਼ਰ ਜਾ ਕੇ ਨਾਵਾ। ਹੁਣ ਸਮੁੰਦਰ ਦੇ ਵਿੱਚ ਇੱਕ ਟਾਪੂ ਹੈ ਜਿਹਦਾ ਨਾਮ ਉਸ ਵੇਲੇ ਸੀ ਬਿਸੀਅਰ, ਪਰ ਅੱਜ ਕੱਲ੍ਹ ਉਸ ਟਾਪੂ ਨੂੰ ਕਹਿੰਦੇ ਨੇ ਸੋਨਦੀਪ। ਮਨੀਪੁਰ ਦਾ ਇਲਾਕਾ। ਗੁਰੂ ਬਾਬਾ ਜੀ ਚਲਦੇ ਚਲਦੇ ਇਸ ਪਾਸੇ ਆਏ ਨੇ, ਕਿਉਂਕਿ ਇੱਥੋਂ ਦੇ ਲੋਕ ਬੜੇ ਵਹਿਮੀ ਨੇ, ਭਰਮਾਂ 'ਚ ਪਏ ਨੇ। ਤਕਰੀਬਨ ਸਾਰਾ ਹੀ ਭਾਰਤ ਪਹਿਲੇ ਦਿਨ ਤੋਂ ਹੀ ਵਹਿਮਾਂ 'ਚ। ਦੁਨੀਆ ਚੰਦ ਦੇ ਪਹੁੰਚ ਗਈ। ਅਸੀਂ ਅੱਜ ਵੀ ਨਿੰਬੂ ਤੇ ਮਿਰਚਾਂ ਟੰਗ ਕੇ ਦੁਕਾਨਾਂ ਦੀ ਸੇਲ ਵਧਾ ਰਹੇ ਹਾਂ। ਇਹ ਵਹਿਮ ਹੈ, ਇੱਕ ਭਰਮ ਹੈ। ਸ਼ਾਇਦ ਲੱਗਦਾ ਇਹਨਾਂ ਮਿਰਚਾਂ ਨਾਲ ਕਿਸੇ ਦਾ ਮੂੰਹ ਸੜ ਜੂ, ਇਹਨਾਂ ਨਿੰਬੂਆਂ ਨੇ ਕਿਸੇ ਦੇ ਦੰਦ ਖੱਟੇ ਕਰ ਦੇਣੇ, ਸਾਡੀ ਗਾਹਕੀ ਖਰਾਬ ਨਹੀਂ ਹੋਣੀ। ਕਿਹੜਾ ਭੁਲੇਖਾ। ਜੇ ਇਹ ਰਕਸ਼ਾ ਕਰਦੇ ਹੋਣ ਤੇ ਵੱਡੇ ਵੱਡੇ ਬਾਰਡਰਾਂ ਤੇ ਅਰਬਾਂ ਖਰਬਾਂ ਦੇ ਬਜਟ ਲਾ ਕੇ ਆਰਮੀ ਖੜਾਉਣ ਦੀ ਕੀ ਲੋੜ ਹੈ? ਨਿੰਬੂ ਮਿਰਚਾਂ ਬੰਦੇ ਬਚਾ ਲੈਣਗੇ ਦੇਸ਼ ਨੂੰ। ਇੱਕ ਭਰਮ ਹੈ। ਜੇ ਇਹ ਭਰਮ ਨਹੀਂ ਹੋਣਗੇ ਤੇ ਲੋਕਾਂ ਦੀਆਂ ਦੁਕਾਨਾਂ ਕਿਵੇਂ ਚੱਲਣਗੀਆਂ? ਭਰਮ ਦੇ ਸਿਰ ਤੇ ਪਖੰਡੀ ਲੋਕ ਅਮੀਰ ਹੁੰਦੇ ਨੇ, ਬਿਨਾਂ ਕਿਰਤ ਕਰਿਆ, ਬਿਨਾਂ ਸਰਕਾਰੀ ਨੌਕਰੀ ਲੱਗਿਆ। ਪਖੰਡੀ ਸਾਧਾਂ ਕੋਲ ਕਿੰਨੀਆਂ ਲੱਖਾਂ ਦੀਆਂ ਗੱਡੀਆਂ, ਕਰੋੜਾਂ ਦੀਆਂ ਗੱਡੀਆਂ ਤੇ ਜ਼ਮੀਨਾਂ ਜਾਇਦਾਦਾਂ ਕਿੱਥੋਂ ਆ ਗਈਆਂ? ਕਿਹੜੀਆਂ ਫੈਕਟਰੀਆਂ ਚੱਲਦੀਆਂ? ਸਿਰਫ ਇੱਕ ਭਰਮ ਦੇ ਸਿਰ ਤੇ, ਇੱਕ ਪਖੰਡ ਦੇ ਸਿਰ ਤੇ ਸਾਰਾ ਕੁਝ ਹੈ। ਉਹਨਾਂ ਪਖੰਡਾਂ ਤੇ ਚੋਟ ਗੁਰੂ ਨਾਨਕ ਬਾਬਾ ਜੀ ਆਪ ਜਾ ਕੇ ਮਾਰ ਰਹੇ। ਬੜਿਆਂ ਨੂੰ ਸਿੱਧੇ ਰਾਹ ਪਾਇਆ, ਬੜਿਆਂ ਦਾ ਹੰਕਾਰ ਤੋੜਿਆ ਏ। ਇੱਕ ਸੁੰਦਰ ਤੇ ਨਗਰ ਬਿਰਾਜਾ, ਚੌਂ ਦਿਸ ਜਿਸ ਕੇ ਉਪਬਨ ਛਾਜਾ। ਚਲਦੇ ਚਲਦੇ ਸਤਿਗੁਰ ਜੀ ਇਸ ਟਾਪੂ ਦੇ ਇੱਕ ਸੋਹਣੇ ਜਿਹੇ ਸ਼ਹਿਰ 'ਚ ਆ ਗਏ। ਇਸ ਸ਼ਹਿਰ ਦੇ ਆਸੇ ਪਾਸੇ ਸੋਹਣੇ ਸੋਹਣੇ ਬਾਗ। ਅੱਗੇ ਭਾਰਤ ਦੇਸ਼ ਦੇ ਵਿੱਚ ਫੋਰਨ ਵਰਗਾ ਹਿਸਾਬ ਹੁੰਦਾ ਸੀ। ਹਰ ਨਗਰ, ਪਿੰਡ, ਸ਼ਹਿਰ ਤੋਂ ਬਾਅਦ ਜੰਗਲ ਅਤੇ ਬਾਗ। ਹੁਣ ਜੰਗਲ ਵੱਢ ਲਏ ਅਸੀਂ ਨੇ, ਨਕਲੀ ਦਰਖਤ ਲਾਏ ਜਾਂਦੇ। ਤੇ ਦਰਖਤ ਵੀ ਉਹ ਲਾਏ ਜਾਂਦੇ ਜਿਨ੍ਹਾਂ ਦੀ ਛਾਂ ਤੇ ਜਿਨ੍ਹਾਂ ਦੀ ਹਵਾ ਸਾਡੇ ਲਈ ਚੰਗੀ ਨਹੀਂ। ਆਪਣੇ ਸ਼ਹਿਰ ਵਿੱਚ ਕਿੱਦਾਂ ਦੇ ਦਰਖਤ ਲੱਗੇ ਆ? ਕਿਤੇ ਰਿਸਰਚ ਕਰਕੇ ਵੇਖੋ। ਇਹ ਉਹ ਨੇ ਜਿਨ੍ਹਾਂ ਦੇ ਹੇਠਾਂ ਬੈਠਿਆਂ ਵੀ ਸਕਿਨ ਦੀ ਡਿਜ਼ੀਜ਼ ਹੋ ਰਹੀ ਹੈ, ਜਿਨ੍ਹਾਂ ਦੀ ਹਵਾ ਲਿਆ ਵੀ ਫੇਫੜੇ ਖਰਾਬ ਹੋ ਰਹੇ ਨੇ। ਲਾਏ ਕਿਉਂ? ਛੇਤੀ ਵੱਡੇ ਹੋ ਜਾਣਗੇ, ਛੇਤੀ ਹਰਾ ਭਰਾ ਹੋ ਜਾਏਗਾ। ਪਰ ਉਹ ਜੰਗਲਾਂ ਦੇ ਰੁੱਖ ਸੀ, ਜ਼ਹਿਰੀਲੇ ਸਨ, ਉਹਨਾਂ ਦੀਆਂ ਹਵਾਵਾਂ ਵੀ ਗੰਧਲੀਆਂ। ਤੇ ਪੁਰਾਣੇ ਸਮੇਂ ਵਿੱਚ ਨਗਰਾਂ ਸ਼ਹਿਰਾਂ ਤੋਂ ਬਾਅਦ ਵੱਡੇ ਵੱਡੇ ਬਾਗ ਹੁੰਦੇ ਸੀ। ਜੇ ਕੋਈ ਮੁਸਾਫਰ ਬਹਿ ਜਾਂਦਾ, ਖਾ ਪੀ ਕੇ ਰੱਜ ਕੇ ਜਾਂਦਾ ਸੀ। ਉਹਨਾਂ ਬਾਗਾਂ ਦੇ ਵਿੱਚ ਜ਼ਿਆਦਾਤਰ ਫਲਦਾਰ ਬ੍ਰਿਸ਼ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਰੁੱਖ ਦੇ ਥੱਲੇ ਆ ਕੇ ਬੈਠੇ। ਸੋਹਣਾ ਲੱਗਿਆ, ਸੁਭਾਈਮਾਨ ਲੱਗਿਆ। ਹੁਣ ਇਸ ਨਗਰ ਦਾ ਖੂਹ ਇਸ ਬਾਗ ਦੇ ਕੋਲੇ ਹੈ।
ਚੱਲ ਛਕਿਆ ਚੌਂਕੜਾ ਮਾਰ ਕੇ ਬੈਠ ਗਏ, ਰੱਬ ਦਾ ਸ਼ੁਕਰਾਨਾ ਕਰਦੇ ਨੇ। ਗੁਰੂ ਸਾਹਿਬ ਆਖਦੇ ਕਹਿੰਦੇ ਵੇਖ ਮਰਦਾਨਿਆ ਕਿੰਨਾ ਸੋਹਣਾ ਲੱਗਦਾ, ਚਾਰੇ ਪਾਸੇ ਕੁਦਰਤ ਹੈ, ਬਾਗਾਂ ਦੇ ਵਿੱਚ ਕੋਇਲਾਂ ਕੂਕ ਰਹੀਆਂ ਨੇ, ਬੜਾ ਸੋਹਣਾ ਦ੍ਰਿਸ਼ ਹੈ। ਬਨਿਓ ਸਗਿਰਦੇ ਦੁਰਗਤ ਉਤੰਗਾ, ਕਨ ਰੋਕਣ ਹਿਤ ਮਨੋਹ ਅਮੰਗਾ। ਪਰ ਇਸ ਸ਼ਹਿਰ ਦੇ ਆਸੇ-ਪਾਸੇ ਬਹੁਤ ਵੱਡੀ ਚਾਰ ਦੀਵਾਰੀ ਹੈ। ਜਿੱਥੇ ਗੁਰੂ ਸਾਹਿਬ ਬੈਠੇ ਨੇ ਉੱਥੇ ਬਾਗ ਨੇ ਵੱਡੇ ਵੱਡੇ, ਬਾਗਾਂ ਤੋਂ ਬਾਅਦ ਆਉਂਦੀਆਂ ਵੱਡੀਆਂ ਕੰਧਾਂ, ਚਾਰ ਦੀਵਾਰੀਆਂ ਕਿਲੇ ਵਾਂਗ। ਪੁਰਾਣੇ ਸਮੇਂ ਦੇ ਵੱਡੇ ਵੱਡੇ ਸ਼ਹਿਰਾਂ ਦੇ 12 ਦਰਵਾਜ਼ੇ ਹੁੰਦੇ ਸੀ, ਉਹਨੂੰ 12 ਦਰੇ ਕਹਿੰਦੇ ਸੀ। ਅੱਜ ਕੱਲ੍ਹ ਜਿਵੇਂ ਸੈਕਟਰ ਬਣੇ ਹੋਏ ਆ, ਅੱਗੇ ਇਸੇ ਤਰ੍ਹਾਂ ਮਹੱਲੇ ਸੀ, ਸ਼ਹਿਰ ਸੀ। ਤੇ ਰਾਤ ਜਦੋਂ ਸੂਰਜ ਛਿਪ ਜਾਣਾ, ਸ਼ਾਮ ਹੋਣੀ, ਦਰਵਾਜ਼ੇ ਬੰਦ ਹੋਣੇ ਸ਼ੁਰੂ ਹੋ ਜਾਣੇ, ਮੁਸਾਫਰ ਨੂੰ ਐਂਟਰੀ ਨਹੀਂ ਹੈ। ਨਗਰ ਦੇ ਲੋਕ ਨਗਰ 'ਚ ਰਹਿੰਦੇ ਆ, ਸਿਕਿਉਰਿਟੀ ਸੀ, ਸੁਰੱਖਿਆ ਸੀ। ਗੁਰੂ ਸਾਹਿਬ ਇੱਥੇ ਆਏ ਨੇ, ਕਹਿੰਦੇ ਵੇਖ ਮਰਦਾਨਿਆਂ ਕਿੱਡੇ ਵੱਡੇ ਕਿਲੇ ਨੇ, ਇਹਨਾਂ ਕਿਲਿਆਂ ਦੀਆਂ ਕੰਧਾਂ ਬੱਦਲਾਂ ਨੂੰ ਛੂਹਦੀਆਂ ਨੇ। ਮਜ਼ਾਲ ਹੈ ਕੋਈ ਚੋਰ ਦੀ ਤੇ ਗੱਲ ਛੱਡੋ, ਸਿਪਾਹੀ ਵੀ ਅੰਦਰ ਨਹੀਂ ਜਾ ਸਕਦਾ। ਏਡੀਆਂ ਉੱਚੀਆਂ ਦੀਵਾਰਾਂ ਬਣਾ ਕੇ ਇੱਥੋਂ ਦੇ ਰਾਜੇ ਆਪ ਵੀ ਸੁਰੱਖਿਅਤ ਨੇ, ਆਪਣੀ ਪ੍ਰਜਾ ਨੂੰ ਵੀ ਰੱਖਦੇ, ਕਿਉਂਕਿ ਹਰ ਰਾਜੇ ਦੀ ਆਪੋ ਆਪਣੀ ਸੀਮਾ ਹੁੰਦੀ ਸੀ। ਜਿੱਥੇ ਵੱਡਾ ਕਿਲਾ ਹੋਣਾ ਉੱਥੇ, ਜੇ ਛੋਟਾ ਇਲਾਕਾ ਤੇ ਵੱਡੀ ਵੱਡੀ ਕੰਧ ਹੋਣੀ ਦੂਰ ਦੂਰ ਤੱਕ, ਜਿਵੇਂ ਚਾਈਨਾ ਦੀ ਦੀਵਾਰ ਹੈ। ਇਸੇ ਤਰ੍ਹਾਂ ਆਪਣੇ ਆਪਣੇ ਇਲਾਕੇ ਨੂੰ ਉਹਨਾਂ ਨੇ ਡੀਕੋਡ ਕੀਤਾ ਹੁੰਦਾ ਸੀ ਕੰਧਾਂ ਕਰਕੇ, ਤਾਂ ਜੋ ਇਸ ਇਲਾਕੇ, ਇਸ ਸ਼ਹਿਰ ਦੇ ਵਿੱਚ ਕੋਈ ਬਾਹਰ ਦਾ ਵਿਅਕਤੀ ਨਾ ਆਵੇ, ਅੰਦਰ ਦੀਆਂ ਗੱਲਾਂ ਬਾਹਰ ਨਾ ਜਾਣ। ਗੁਰੂ ਸਾਹਿਬ ਇਸ ਨਗਰ ਤੋਂ ਬਾਹਰ ਬੈਠ ਗਏ ਨੇ, ਪਰ ਅੰਦਰ ਨਹੀਂ ਗਏ। ਸ਼ਾਮ ਦਾ ਵੇਲਾ ਹੋਇਆ, ਦਰਵਾਜ਼ੇ ਬੰਦ ਹੋ ਗਏ, ਇੱਥੇ ਰਾਤ ਕੱਢੀ ਨੇ। ਬਾਗ ਨੇ, ਠੰਡੀਆਂ ਹਵਾਵਾਂ ਚੱਲਦੀਆਂ, ਅੰਮ੍ਰਿਤ ਵੇਲਾ ਹੋ ਗਿਆ ਏ। ਸੁਦਰ ਸੈਨ ਤੈਹੁ ਤੋ ਨਿਰਪਲ, ਕਰਤ ਰਾਜ ਤੇ ਦੇਸ਼ ਵਿਸ਼ਲ। ਇੱਥੋਂ ਦਾ ਜਿਹੜਾ ਰਾਜਾ ਹੈ ਉਹਦਾ ਸੁਭਾਅ ਬੜਾ ਅਲੱਗ ਹੈ। ਨਾਮ ਹੈ ਸੁਦਰ ਸੈਨ। ਰਾਜਾ ਸੁਦਰ ਸੈਨ ਬੜਾ ਵੱਡਾ ਯੋਧਾ ਹੈ। ਹਰ ਇੱਕ ਰਾਜਾ ਉਹਦਾ ਪਾਣੀ ਭਰਦਾ ਹੈ, ਸਾਰੇ ਰਾਜੇ ਉਹ ਤੋਂ ਡਰਦੇ ਨੇ, ਉਹ ਵੱਡਾ ਹੋਣ ਕਰਕੇ ਸਤਿਕਾਰ ਕਰਦੇ ਆ। ਹੁਣ ਸੁਦਰ ਸੈਨ ਰਾਜ ਦੇ ਵਿੱਚ ਕੋਈ ਆਉਂਦਾ ਨਹੀਂ, ਮੁਸਾਫਰ ਨਾ ਆਵੇ, ਦੂਜਾ ਨਾ ਆਵੇ, ਸਟਿਕਨੈਸ ਬਹੁਤ ਹੈ, ਕਿਉਂਕਿ ਆਪਣੀ ਪ੍ਰਜਾ ਲਈ ਚੰਗਾ ਰਾਜਾ, ਇਮਾਨਦਾਰ ਹੈ। ਪਰ ਉਹ ਬੜਾ ਹੈ, ਧਰਮੀ ਹੈ, ਇੰਨਾ ਵੀ ਧਰਮੀ ਨਹੀਂ ਵੀ ਹੱਥ ਜੋੜ ਕੇ ਲੋਕਾਂ ਦੇ ਪੈਰੀ ਹੱਥ ਲਾਉਣਾ ਸੀ। ਕੱਟਣ ਛੇਤੀ ਕੋਈ ਉਹਦੇ ਸਾਹਮਣੇ ਪੁਕਾਰ ਨਹੀਂ ਕਰਦਾ, ਛੇਤੀ ਕੋਈ ਉਹਦੇ ਸਾਹਮਣੇ ਆ ਕੇ ਖੜਦਾ ਨਹੀਂ। ਰਾਜਾ ਸੁਦਰ ਸੈਨ ਬੜੇ ਲੰਮੇ ਸਮੇਂ ਤੋਂ ਆਪਣੇ ਇਸ ਰਾਜ ਭਾਗ ਦੇ ਵਿੱਚ ਪ੍ਰਜਾ ਸਮੇਤ ਸੁਖੀ ਵਸਦਾ, ਪਰ ਰਾਜੇ ਦਾ ਰਾਜ ਵੇਖਣ ਲਾਇਕ ਸੀ। ਉਹਦੇ ਕਿਲੇ, ਬਾਗ, ਦੀਵਾਰਾਂ, ਮਹਿਲ, ਮੁਨਾਰੇ, ਇੱਥੋਂ ਹੀ ਪਤਾ ਲੱਗਦਾ ਸੀ ਵੀ ਇੱਥੋਂ ਦੀ ਪ੍ਰਜਾ ਬਹੁਤ ਸੁਖੀ ਹੈ। ਸੁਦਰ ਸੈਨ ਰਾਜੇ ਦੇ ਵਿਰੁੱਧ ਵੀ ਕੋਈ ਪਿੱਠ ਪਿੱਛੋਂ ਨਹੀਂ ਬੋਲਦਾ। ਹੋਰ ਕੇ ਵਹਿਰ ਥਾਨ ਰਮਨੀਕਾ, ਵੈਸੇ ਤਹ ਬੇਦੀ ਕੁਲ ਟੀਕਾ। ਬੇਦੀ ਕੁਲ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਏਦਾਂ ਬੈਠੇ ਨੇ ਜਿਵੇਂ ਕਿਸੇ ਨੂੰ ਜਾਣਦੇ ਨਹੀਂ। ਸੁਭਾਵਕ ਰਾਤ ਕੱਟ ਲਈ, ਦਿਨ ਚੜ ਗਿਆ, ਆਸਾ ਪਾਸਾ ਵੇਖਿਆ ਕਿ ਸੁਬਾਹ ਦੀ ਸਵੇਰ ਬਹੁਤ ਸੋਹਣੀ ਹੋਈ, ਪੰਛੀਆਂ ਦੀ ਚਹਿਲ ਪਹਿਲ ਹੈ। ਭਾਈ ਮਰਦਾਨਾ ਜੀ ਨੇ ਅੰਮ੍ਰਿਤ ਵੇਲੇ ਰਬਾਬ ਵਜਾਈ, ਬੜਾ ਪਿਆਰ ਦਾ ਕੀਰਤਨ ਸ਼ਬਦ ਗਾਏ ਕੀਤਾ ਗਿਆ। ਜਿਉਂ ਜਿਉਂ ਸੂਰਜ ਚੜ੍ਹਦਾ ਹੈ, ਦਿਨ ਵੱਧਦਾ ਜਾਂਦਾ ਹੈ, ਦਰਵਾਜ਼ੇ ਖੁੱਲ ਗਏ ਨੇ, ਸ਼ਹਿਰ ਦੇ ਲੋਕਾਂ ਦੀ ਆਵਾਜਾਈ ਹੋ ਗਈ। ਲੋਕ ਵੇਖ ਵੇਖ ਜਾਂਦੇ, ਕਹਿੰਦੇ ਸਾਧ ਬੈਠੇ ਬਾਹਰ, ਰਾਤ ਇਹਨਾਂ ਇੱਥੇ ਕੱਢੀ ਹੈ। ਪਰ ਇਹ ਫਕੀਰ ਨੇ ਇਹਨਾਂ ਨੂੰ ਕੀ ਦੱਸਣਾ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖਦੇ ਨੇ ਭਾਈ ਮਰਦਾਨਾ ਜੀ ਵੱਲ, ਸਤਿਗੁਰਾਂ ਨੇ ਨਜ਼ਰ ਭਰ ਕੇ ਤੱਕਿਆ ਤੇ ਆਪਣੀ ਮਾਇਆ ਪ੍ਰੇਰਦੇ ਨੇ। ਭਾਈ ਮਰਦਾਨਾ ਜੀ ਸਤਿਗੁਰਾਂ ਦੇ ਸਾਹਮਣੇ ਬੈਠੇ ਹਲਚਲ ਜੀ ਕਰਦੇ ਆ, ਚਿੱਤ ਕਰਦਾ ਮੈਂ ਘੁੰਮ ਫਿਰ ਆਵਾਂਗੇ। ਖਿਆਲ ਆ ਗਿਆ, ਐਡੇ ਸੋਹਣੇ ਬਾਗ, ਇੰਨਾ ਸੋਹਣਾ ਸ਼ਹਿਰ, ਦੁਨੀਆ ਹੀ ਤੇ ਘੁੰਮਣ ਆਏ ਆ। ਜੇ ਇਸ ਨਗਰ ਵਿੱਚ ਮੈਂ ਗਿਆ ਹੀ ਨਾ, ਇੱਥੋਂ ਸਤਿਗੁਰਾਂ ਚਾਲੇ ਅੱਗੇ ਪਾ ਦਿੰਦੇ, ਆਉਣ ਦਾ ਕੋਈ ਫਾਇਦਾ ਨਹੀਂ। ਨਿਸਾ ਬੀਤੀ ਇੱਕ ਭੀ ਪੰਸਰ, ਤਬ ਮਰਦਾਨੇ ਬਚਨ ਉਚਾਰਾ। ਭਾਈ ਮਰਦਾਨਾ ਜੀ ਸਤਿਗੁਰਾਂ ਦੇ ਸਾਹਮਣੇ ਆਏ, ਗਲ ਪਾ ਕੇ ਪੱਲਾ ਬੜੇ ਪਿਆਰ ਨਾਲ, ਕਹਿੰਦੇ ਬਾਬਾ ਇੱਕ ਬੇਨਤੀ ਹੈ।
ਹੱਸ ਪਏ ਮਹਾਰਾਜ, ਮੁਸਕਰਾ ਪਏ ਵੀ ਇਹਨੇ ਬੇਨਤੀ ਦੀ ਉਹੀ ਕਰਨੀ, ਪੱਕਾ ਹੀ ਕੰਮ ਹੈ। ਗਲ ਪੱਲਾ ਪਾ ਕੇ ਕਹਿੰਦੇ ਬਾਬਾ ਮੈਨੂੰ ਆਸ ਬੜੀ ਹੈ ਤੁਸੀਂ ਮੋੜੋਗੇ, ਮਤਲਬ ਉਹਨੇ ਨਹੀਂ ਪਹਿਲੇ ਹੀ ਰੱਖ ਲਈ ਵੀ ਇਸ ਤਰੀਕੇ ਨਾਲ ਮੈਂ ਗੱਲ ਕਰਾਂ, ਗੁਰੂ ਸਾਹਿਬ ਮੈਨੂੰ ਇਹ ਨਾ ਕਹਿਣੇ 1 ਘੰਟਾ ਰੁਕ ਜਾ, 2 ਘੰਟੇ ਰੁਕ ਜਾ, 4 ਪੈਰ ਰੁਕ ਜਾ। ਕਹਿੰਦੇ ਬਾਬਾ ਜੀ ਆਸ ਹੈ ਮੈਨੂੰ, ਖਾਲੀ ਮੋੜੋਗੇ ਨਹੀਂ। ਆਇਸ ਦੇਹੋ ਨਗਰ ਮੇ ਜਾਵੋ, ਜਾਚ ਕਿਸੂ ਤੇ ਭੋਜਨ ਖਾਵੋ। ਗੁਰੂ ਬਾਬਾ ਜੀ ਕਹਿੰਦੇ 10 ਮਰਦਾਨਿਆਂ ਹੁਕਮ ਕਰ। ਕਹਿੰਦਾ ਹੁਕਮਤਾਨੀ ਪਾਤਸ਼ਾਹ ਬੇਨਤੀ ਹੈ ਵੀ ਜੇ ਤੁਸੀਂ ਕਹੋ ਤੇ ਮੈਂ ਸ਼ਹਿਰ ਘੁੰਮ ਆਵਾਂ। ਹਜੀ ਉਹਨੇ ਪਹਿਲਾਂ ਜ਼ਿਕਰ ਨਹੀਂ ਕੀਤਾ ਵੀ ਮੈਨੂੰ ਭੁੱਖ ਲੱਗੀ ਮੈਂ ਰੋਟੀ ਖਾਇਆ। ਪਾਤਸ਼ਾਹ ਨਗਰ ਬੜਾ ਸੋਹਣਾ ਹੈ, ਸ਼ਹਿਰ ਬੜਾ ਸੋਹਣਾ ਹੈ, ਮੈਨੂੰ ਪਤਾ ਤੁਸੀਂ ਅੰਦਰ ਜਾਣਾ ਹੀ ਨਹੀਂ ਪਹਿਲਾਂ ਹੀ। ਮਰਦ ਕਹਿੰਦੇ ਕੀ ਕਰੇਗਾ ਮਰਦਾਨਿਆ ਸ਼ਹਿਰ 'ਚ ਜਾ ਕੇ? ਕਹਿੰਦੇ ਬਾਦਸ਼ਾਹ ਇੱਕ ਤੇ ਨਗਰ ਵੇਖ ਆਵਾਂਗਾ, ਬਾਜ਼ਾਰ, ਦੂਜਾ ਜਦੋਂ ਬਾਜ਼ਾਰ ਜਾਵਾਂਗੇ ਭੁੱਖ ਲੱਗੀ ਆ ਕੁਝ ਖਾ ਪੀ ਵੀ ਆਵਾਂਗੇ। ਸਿੱਧੀ ਗੱਲ ਹੈ। ਸਿਆਣਾ ਬੰਦਾ ਕਹਿੰਦਾ ਮਾਰਕੀਟ ਚੱਲੇ ਆ, ਤੇ ਮੇਰੇ ਵਰਗਾ ਝੱਲਾ ਕਹਿੰਦਾ ਕੁਝ ਖਾਣ ਚੱਲੇ ਆ। ਕੋਈ ਮਨਾ ਕਰ ਦਿੰਦਾ, ਕਹਿੰਦਾ ਘਰੇ ਐਡੀ ਸੋਹਣੀ ਰੋਟੀ ਬਣੀ, ਬਾਹਰ ਕੀ ਕਰਨ ਜਾਏਗਾ? ਕੈਂਸਲ। ਸਿਆਣਾ ਕਹਿੰਦਾ ਉਹਨੇ ਦੱਸਿਆ ਹੀ ਨਹੀਂ ਮੈਂ ਕਰਨ ਕੀ ਜਾਣਾ, ਕਹਿੰਦਾ ਮੈਂ ਚੱਲਿਆ ਮਾਰਕੀਟ, ਮੈਂ ਚੱਲਿਆ ਬਾਜ਼ਾਰ। ਹੁਣ ਬਾਜ਼ਾਰ ਗਏ ਬੰਦੇ ਨੂੰ ਕੋਈ ਨਹੀਂ ਪੁੱਛਦਾ, ਕੋਈ ਨਹੀਂ ਕਹਿੰਦਾ ਵੀ ਕੀ ਖਾ ਕੇ ਆਏਗਾ, ਕਿਉਂ ਖਾ ਕੇ ਆਏਗਾ। ਠੀਕ ਆ ਨਾ, ਦੱਸ ਕੇ ਚਲੇ ਗਏ ਆ, ਲੇਟ ਹੋ ਗਈ ਤਾਂ ਨਹੀਂ ਕੁਝ ਦੱਸ ਦੇਣਾ ਜੀ ਅੱਜ ਮੈਂ ਰੋਟੀ ਖਾ ਲਈ, ਮੇਰੀ ਬਣਾਇਓ ਨਾ। ਤੇ ਜਿਹਨੇ ਘਰੇ ਰੌਲਾ ਪਾ ਲਿਆ ਵੀ ਮੈਂ ਕੁਝ ਖਾਣ ਚੱਲਿਆ, ਉਹ ਕਹਿੰਦੇ ਬਹਿ ਜਾ ਤੇਰਾ ਰੋਜ਼ ਦਾ ਹੀ ਕੰਮ ਹੈ, ਤੈਨੂੰ ਖਾਣ ਬਿਨਾਂ ਕੰਮ ਹੋਵੇ। ਭਾਈ ਮਰਦਾਨੇ ਨੇ ਬੜੇ ਪਿਆਰ ਨਾਲ ਆਖਿਆ ਮਹਾਰਾਜ ਮੈਂ ਬਾਜ਼ਾਰ ਘੁੰਮਣਾ ਚਾਹੁੰਦਾ, ਮੇਰਾ ਚਿੱਤ ਕਰਦਾ ਇਹ ਆਪਾਂ ਰੋਜ਼ ਕਦੇ ਕਿਤੇ ਜਾਂਦੇ ਆ, ਪਰ ਇੱਕ ਪੰਥ ਤੋਂ ਕਾਜ ਹੋ ਜਾਣਗੇ, ਨਾਲੇ ਤੇ ਭੋਜਨ ਛਕ ਲਾਂਗੇ, ਕੁਝ ਛਕ ਲਵਾਂਗਾ, ਕੁਝ ਲੈ ਕੇ ਆਵਾਂਗਾ। ਬਿਗਸੇ ਸੇ ਮੁਖ ਮੁਝ ਸੋ ਕਹਿ, ਕਿਆ ਮਰਦਾਨਾ ਭਾਖਤ ਐਹੀ। ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਕੇ ਕਹਿੰਦੇ ਬਾਲਿਆ ਸਾਨੂੰ ਸਮਝ ਨਹੀਂ ਆਇਆ ਮਰਦਾਨਾ ਕੀ ਕਹਿੰਦੇ। ਵੇਖੋ ਜੋਰ ਗੁਰੂ ਸਾਹਿਬ ਦੇ ਕਹਿੰਦੇ ਮਰਦਾਨਾ ਕੀ ਆਖਦਾ ਹੈ। ਮੈਂ ਕਿਹਾ ਮਹਾਰਾਜ ਇਹਦੀ ਤੇ ਗੱਲ ਹੀ ਨਾ, ਜੇ ਮੈਂ ਕੁਝ ਬੋਲਿਆ ਤੇ ਇਹਨੂੰ ਗੁੱਸਾ ਆ ਜਾਣਾ। ਭਾਈ ਮਰਦਾਨਾ ਬੜਾ ਖੁਸ਼ ਹੈ ਵੀ ਸਤਿਗੁਰਾਂ ਨੇ ਹੱਸ ਕੇ ਕਿਹਾ ਵੀ ਇਹ ਕੀ ਕਹਿੰਦਾ ਏ। ਸ਼ਾਇਦ ਭਾਈ ਬਾਲਾ ਕੋ ਮਰਜ ਨੂੰ ਭੁੱਖ ਲੱਗੀ ਅੰਤਾਂ ਦੀ, ਸਾਡੇ ਲਈ ਵੀ ਲੈ ਆਊਗਾ ਤੇ ਆਪ ਵੀ ਛਕੂਗਾ। ਭਾਈ ਬਾਲਾ ਜੀ ਕਹਿੰਦੇ ਮੈਨੂੰ ਚੰਗਾ ਜਾਣਾ ਲੱਗਿਆ ਵੀ ਜਿੱਥੇ ਜਾਂਦਾ ਉੱਥੇ ਕਹਿ ਦਿੰਦਾ ਭੁੱਖ ਲੱਗੀ। ਜਦੋਂ ਤੁਰਪੋ ਗੱਲ ਇੱਕੋ ਹੀ ਆ, ਕੋਈ ਹੋਰ ਤੇ ਗੱਲ ਕਰਨੀ ਨਹੀਂ। ਕਦੇ ਨਹੀਂ ਕਿਹਾ ਮਰਜ ਮੈਨੂੰ ਕਿਸੇ ਮਹਾਂਪੁਰਖ ਨੂੰ ਬੁਲਾ ਦਿਓ, ਕਦੇ ਨਹੀਂ ਕਿਹਾ ਸਤਿਗੁਰੂ ਆਪਾਂ ਜਪ ਤਪ ਕਰੀਏ, ਜਦ ਵੇਖੋ ਮਰਜ ਤੁਸੀਂ ਬੈਠੋ ਮੈਂ ਆਇਆ। ਗੁਰੂ ਸਾਹਿਬ ਕਹਿੰਦੇ ਸਾਨੂੰ ਤੇ ਸਮਝ ਹੀ ਨਹੀਂ ਆਉਂਦੀ ਕਹਿੰਦਾ ਕੀ ਹੈ, ਇਹ ਰਮਜ ਹੁੰਦੀ ਹੈ। ਭਾਈ ਬਾਲਾ ਜੀ ਕਹਿੰਦੇ ਮਰਦ ਜੇ ਮੈਂ ਕੁਝ ਕਹਿ ਦਿੱਤਾ ਸਣ ਕੱਪੜੇ ਅੱਗ ਲੱਗ ਜਾਣੀ, ਨੇ ਗੁੱਸੇ ਹੋ ਜਾਣੇ। ਮਰਦ ਕਹਿੰਦੇ ਨਹੀਂ ਫਿਰ ਵੀ ਤੇ ਦੱਸ ਇਹ ਬਾਜ਼ਾਰ ਕਿਉਂ ਜਾਣਾ ਚਾਹੁੰਦਾ, ਕੀ ਕਾਰਨ ਹੈ ਨਗਰ ਵਿੱਚ ਘੁੰਮਣਾ ਚਾਹੁੰਦਾ ਏ। ਮੈਂ ਬੋਲਿਓ ਇਹ ਜਨਮ ਸੁਭਾਉ, ਮਿਟੇ ਨ ਕੀਜੈ ਕੋਟ ਅਪਾਉ। ਮੈਂ ਹੱਸ ਕੇ ਕਹਿੰਦਾ ਸਤਿਗੁਰੂ ਜੀ ਇਹਨੂੰ ਆਪਾਂ ਕੀ ਕਹਿਣਾ ਹੈ, ਇਹਦਾ ਕਿਹੜਾ ਕਸੂਰ ਹੈ ਕੋਈ। ਕਹਿੰਦੇ ਮਰਦ ਇਹਦਾ ਤੇ ਜਿੱਦਣ ਦਾ ਜੰਮਿਆ ਹੀ ਸੁਭਾਅ ਆਖੋ ਸਤਿਨਾਮ। ਇਹ ਜਿਹੜੇ ਬਚਪਨ ਦੇ ਸੁਭਾਅ ਹੁੰਦੇ ਆ ਉਹ ਨਹੀਂ ਜਾ ਸਕਦੇ। ਬਚਪਨ ਵਿੱਚ ਪਈਆਂ ਹੋਈਆਂ ਆਦਤਾਂ, ਬਚਪਨ ਦੀਆਂ ਗਲਤੀਆਂ ਕਈ ਵਾਰ ਬੁੱਢਾ ਵੀ ਬੰਦਾ ਹੋ ਜਾਂਦਾ ਨਹੀਂ ਜਾਂਦੀਆਂ। ਤੇ ਕਈ ਲੋਕ ਐਸੇ ਹੁੰਦੇ ਆ ਜੀ ਇੱਕ ਪਲ ਵਿੱਚ ਬਦਲ ਜਾਂਦੇ, ਇੱਕ ਪਲ ਵਿੱਚ ਜੀਵਨ ਬਦਲ ਜਾਂਦਾ ਏ, ਤੇ ਕਈਆਂ ਦਾ ਸਾਰੀ ਜ਼ਿੰਦਗੀ ਨਹੀਂ ਬਦਲਦਾ। ਉਹ ਅੱਜ ਕੁਝ ਹਨ ਕੱਲ ਫੇਰ ਕੁਝ ਹੋਰ ਹੋ ਜਾਣਗੇ। ਸਮੇਂ ਨਹੀਂ ਬਦਲੇ ਸੀ ਫੇਰ ਉੱਥੇ ਹੀ ਆ ਜਾਣੇ ਰੱਸੀ ਦੇ ਵੱਢ। ਮੈਂ ਹੱਸ ਕੇ ਕਹਿੰਦਾ ਮਰਦ ਇਹਦਾ ਕੋਈ ਕਸੂਰ ਨਹੀਂ, ਇਹਦਾ ਤੇ ਜਨਮ ਤੋਂ ਹੀ ਇਹੋ ਕੰਮ ਹੈ। ਇਹ ਅੱਜ ਕੋਈ ਨਵਾਂ ਥੋੜੀ ਚੱਲਿਆ, ਇਹਨੂੰ ਨਵੀਂ ਭੁੱਖ ਥੋੜਾ ਲੱਗੀ ਹੈ, ਇਹਦਾ ਤੇ ਨਿਤ ਦਾ ਕੀਤਾ ਏ। ਸ੍ਰੀ ਮੁਖ ਭਨੈ ਸੁਣੋ ਮਰਦਾਨਾ, ਕਹਿਤੀ ਜਾਚੋ ਭੋਜਨ ਖਾਨਾ। ਨਾਨਕ ਸਾਹਿਬ ਮਰਦ ਕਹਿੰਦੇ ਮਰਦਾਨਿਆ ਫਿਰ ਕੀ ਤੋਂ ਭੋਜਨ ਮੰਗੇਗਾ, ਤੈਨੂੰ ਕੋਈ ਜਾਣਦਾ ਤੇ ਹੈ ਨਹੀਂ। ਭਾਈ ਬਾਲਾ ਜੀ ਕਹਿੰਦੇ ਮਰਦੇ ਮਰਾਸੀ ਹੈ, ਇਹਨੂੰ ਮੰਗਣ ਤੇ ਜਾਣ ਪਛਾਣ ਦੀ ਲੋੜ ਨਹੀਂ ਹੁੰਦੀ। ਆਖੋ ਸਤਿਨਾਮ। ਜਿਹਦੇ ਘਰ ਗਿਆ ਦਰਵਾਜ਼ਾ ਖੜਕਾਉਣਾ, ਕਹਿਣਾ ਲੈ ਜਜਮਾਨ ਆਏ, ਮਹਿਮਾਨ ਆਏ ਆ ਜੀ ਛਕਾਓ ਕੁਝ, ਮਤਲਬ ਖੁੱਲਾ ਸੁਭਾਅ। ਗੁਰੂ ਨਾਨਕ ਸਾਹਿਬ ਮਰਦ ਕਹਿੰਦੇ ਮਰਦਾਨਿਆ
ਪਿੰਡ ਵਿੱਚ ਆਪਾਂ ਨੂੰ ਸ਼ਹਿਰ 'ਚ ਕੋਈ ਜਾਣਦਾ ਤੇ ਹੈ ਨਹੀਂ, ਕਿਹਦੇ ਕੋਲ ਜਾਏਗਾ ਭਾਈ? ਅਜੇ ਤੇ ਸਵੇਰ ਦਾ ਵੇਲਾ ਏ, ਬਾਜ਼ਾਰ ਖੁੱਲੇ ਨਹੀਂ ਹੋਣੇ, ਹਲਵਾਈਆਂ ਨੇ ਹੱਟ ਖੋਲ ਵੀ ਲਈ ਹੋਣੀ, ਅਜੇ ਕਿਹੜਾ ਮਠਿਆਈ ਤਿਆਰ ਕਰ ਲਈ। ਉਦੋਂ ਕਿਹੜਾ ਅੱਜ ਵਾਂਗੂ ਰੈਫ੍ਰਿਜਰੇਟਰ ਸੀ ਵੀ ਫ੍ਰਿਜ ਲੱਗੇ ਆ, ਰਸਗੁੱਲੇ ਪਏ ਮਹੀਨੇ ਦੇ ਕਿਹੜਾ ਖਰਾਬ ਹੁੰਦੇ ਆ, ਵੀ ਜੋ ਕੁਝ ਹੈ ਪਿਆ। ਉਦੋਂ ਜੋ ਬਣਦਾ ਸੀ ਤਾਜ਼ਾ ਬਣਦਾ ਸੀ, ਲੱਡੂਆਂ ਤੋਂ ਲੈ ਕੇ ਜਲੇਬੀਆਂ ਤੱਕ ਲੋਕ ਤੰਦਰੁਸਤ ਤਾਂ ਸਨ। ਉਦੋਂ ਫ੍ਰਿਜ ਨਾਮ ਦੀ ਬਿਮਾਰੀ ਨਾ ਦੁਕਾਨ ਤੇ ਸੀ ਨਾ ਮਕਾਨ ਤੇ ਸੀ। ਜੋ ਬਣਨਾ ਤਾਜ਼ਾ, ਲੱਡੂ ਬਣਨੇ ਤਾਜ਼ੇ, ਜਲੇਬੀ ਬਣਨੀ ਤਾਜ਼ੀ, ਸਮੋਸੇ ਬਣਨੇ ਤਾਜ਼ੇ, ਸਭ ਕੁਝ ਫਰੈਸ਼, ਹਰ ਮਠਿਆਈ ਤਾਜ਼ੀ। ਤੇ ਜੇ ਹੁਣ ਮਠਿਆਈ ਲੈਣ ਜਾਣਾ ਕਿਸੇ ਨੇ ਦੁਪਹਿਰ ਤੋਂ ਬਾਅਦ ਗਲਦੀ ਹੁੰਦੀ ਸੀ, ਤੇ ਹਲਵਾਈਆਂ ਨੇ ਉਹਨੇ ਇੱਕ ਬਣਾਉਣੀ ਜਿੰਨੀ ਕੁ ਲੱਗ ਜਾਂਦੀ ਹੈ। ਅੱਗੇ ਲੋਕ ਮਿੱਠਾ ਖਾਣ ਦੇ ਸ਼ੌਕੀਨ ਸੀ, ਹੁਣ ਤੇ ਭੋਜਨ ਪਿਆ ਸੜੀ ਜਾਂਦਾ ਹੈ, ਤਾਜ਼ੀ ਖਾ ਕੇ ਖੁਸ਼ ਨੇ, ਡੱਬਿਆਂ ਵਾਲੀਆਂ ਚੀਜ਼ਾਂ ਖਾ ਕੇ ਖੁਸ਼ ਹਾਂ। ਘਰੇ ਬਣਾਈ ਹੋਈ ਚੀਜ਼, ਅੱਜ ਦੀ ਬਣਾਈ ਸਬਜ਼ੀ ਪਰਸੋਂ ਨੂੰ ਆਖਾਂਗੇ ਬਾਸੀ ਅਸੀਂ ਨਹੀਂ ਖਾਣੀ। ਤੇ ਬਾਜ਼ਾਰ 'ਚੋਂ ਆਈ ਹੋਈ ਚੀਜ਼ 2-2, 3-3 ਮਹੀਨੇ ਪਹਿਲਾਂ ਦੀ ਬਣੀ ਹੋਈ ਆ, ਪਲਾਸਟਿਕ ਦੀਆਂ ਬੋਤਲਾਂ 'ਚ, ਪਲਾਸਟਿਕ ਦੇ ਲਿਫਾਫਿਆਂ ਵਿੱਚ 6-6 ਮਹੀਨੇ ਦੀ ਡੇਟ ਪਾਈ ਆ, ਬੜੇ ਚਾਅ ਨਾਲ ਖਾਂਦੇ ਆ ਅਸੀਂ। ਉਹ ਨਹੀਂ ਬਾਸੀ, ਕਿਉਂਕਿ ਉਹ ਅੱਖਾਂ ਸਾਹਮਣੇ ਨਹੀਂ ਬਣੀ ਹੋਵੇ ਜੋ ਮਰਜ਼ੀ। ਹੁਣ ਉਹਨਾਂ ਸਮਿਆਂ ਵਿੱਚ ਮਠਿਆਈ ਲੇਟ ਬਣਨ ਕਰਕੇ ਸਤਿਗੁਰ ਕਹਿੰਦੇ ਮਰਦਾਨਿਆਂ ਕਿਹਦੇ ਕੋਲ ਖਾਣੀ? ਦੁਕਾਨ ਵਾਲੇ ਤੇ ਦੁਕਾਨ ਖੋਲ ਕੇ ਬੈਠੇ ਹੋਣੇ, ਅਜੇ ਤੇ ਦੁੱਧ ਪਾ ਕੇ ਖੋਆ ਬਣਦਾ ਹੋਣਾ, ਅਜੇ ਤੇ ਸ਼ੱਕਰ ਬਣਦੀ ਹੋਣੀ। ਕਹਿੰਦਾ ਪਾਤਸ਼ਾਹ ਚਿੰਤਾ ਹੀ ਨਾ ਕਰੋ, ਆਪਾਂ ਭੁੱਖੇ ਮੁੜਦੇ ਨਹੀਂ। ਮੋਹਰ ਜਿਹ ਢਿਗ ਕਰੋ ਰਜਾਈ ਨਿਜ, ਜਾਂਚੋ ਤੇ ਢਿਗ ਜਾਏ। ਜਦੋਂ ਸਤਿਗੁਰਾਂ ਨੇ ਪੁੱਛਿਆ ਵੀ ਜਾਏਗਾ ਕਿਹਦੇ ਕੋਲ ਮਰਦਾਨਿਆ, ਕੌਣ ਖਵਾਊ ਤੈਨੂੰ? ਭਾਈ ਮਰਦਾਨਾ ਜੀ ਨੇ ਵੀ ਸੋਚਿਆ ਵੀ ਏਡੀ ਸੁਵਖਤੇ ਬਾਜ਼ਾਰ 'ਚ ਜਾਵਾਂਗੇ, ਆਪਾਂ ਨੂੰ ਕਿਹਨੇ ਕੁਛ ਦੇਣਾ ਹੈ? ਅਜੇ ਤੇ ਬਾਉਣੀ ਵਾਲਾ ਸਮਾਂ ਵੀ ਨਹੀਂ ਹੋਇਆ, ਸਵੇਰੇ ਸਵੇਰੇ ਖਾਣ ਨੂੰ ਕੀ ਮਿਲੇਗਾ? ਸੋਚ ਕੇ ਕਹਿੰਦਾ ਬਾਬਾ ਜੀ ਮੈਂ ਤੇ ਤੁਹਾਡੇ ਹੁਕਮ ਦਾ ਬੱਧਾ ਜੀ, ਮੈਨੂੰ ਜਿਹਦੇ ਕੋਲ ਭੇਜੋਗੇ ਚਲਿਆ ਜਾਊਂਗਾ। ਸਤਿਨਾਮ। ਬਾਜ਼ਾਰ ਮੈਂ ਜਾਣਾ ਆਪਣੀ ਮਰਜ਼ੀ ਨਾਲ, ਪਰ ਖਾਣ ਪੀਣ ਤੁਸੀਂ ਜਿਹਦੇ ਘਰੇ ਭੇਜੋਗੇ ਚਲਿਆ ਜਾਊਂਗਾ। ਕਿੱਡੀ ਸਿਆਣੀ ਗੱਲ ਹੈ ਜੀ। ਬਾਅਦ ਮੁਸਕਰਾ ਕਹਿੰਦੇ ਵਾਹ ਮਰਦਾਨਾ, ਤੇਰੀ ਇਹੀ ਗੱਲਾਂ ਨੇ ਜੋ ਸਾਨੂੰ ਚੰਗੀਆਂ ਲੱਗਦੀਆਂ ਨੇ। ਇਹ ਕੋ ਮੇਲੀ ਮਮ ਇਹਾਂ ਸੁਣ ਸ੍ਰੀ ਗੁਰੂ ਆਲਾਏ। ਪਰ ਮਹਾਰਾਜ ਸੱਚ ਪੁੱਛੋ, ਮੈਂ ਤੇ ਸ਼ਹਿਰ ਵੀ ਨਹੀਂ ਵੇਖਿਆ, ਤੇ ਮੇਰਾ ਮਿੱਤਰ ਦੋਸਤ ਕਿਹੜਾ ਹੋਣਾ ਇੱਥੇ ਵੀ ਜਿਹਦੇ ਘਰ ਮੈਂ ਜਾਵਾਂ ਤੇ ਮੈਨੂੰ ਭੁੱਖਾ ਭੇਜੇ, ਨਾ ਮੈਨੂੰ ਰਜ਼ਾ ਕੇ ਭੇਜੇ। ਆਪਾਂ ਤੇ ਪਹਿਲੀ ਵਾਰ ਆਏ ਆ, ਨਾ ਨਗਰ ਦਾ ਪਤਾ, ਨਾ ਬਾਜ਼ਾਰ ਦਾ ਪਤਾ, ਨਾ ਕਿਸੇ ਨੂੰ ਜਾਣਦੇ ਆ। ਪਰ ਜੇ ਪਾਤਸ਼ਾਹ ਤੁਸੀਂ ਮੈਨੂੰ ਕਿਸੇ ਦੇ ਘਰ ਭੇਜੋਗੇ ਤੇ ਮੈਂ ਤੁਹਾਡਾ ਨਾਮ ਲੈ ਕੇ ਜਾਇਆ। ਭਾਈ ਬਾਲਾ ਜੀ ਬਹੁਤ ਹੱਸੇ, ਕਹਿੰਦੇ ਮਰਦ ਕਰਤੀ ਮਰਾਸੀ ਵਾਲੀ ਗੱਲ ਆਖੋ ਸਤਿਨਾਮ, ਵੀ ਮੰਗਣ ਵੀ ਜਾਵਾਂਗੇ ਤੇ ਤੁਹਾਡੇ ਕਹਿਣ ਤੇ ਜਾਵਾਂਗੇ, ਇਹ ਸ਼ਰਤ ਹੈ। ਗੁਰੂ ਬਾਬਾ ਜੀ ਕਹਿੰਦੇ ਬਾਲਿਆ ਇਹ ਇਹੋ ਜਿਹੀ, ਇਹ ਮਿੱਤਰ ਹੈ ਸਾਡਾ, ਇਹ ਹੱਸਦਾ ਹਸਾਉਂਦਾ ਨਹੀਂ ਦੱਸਦਾ। ਕਿਉਂਕਿ ਭਾਈ ਮਰਦਾਨਾ ਜੀ ਜੇ ਗੁੱਸਾ ਕਰਦੇ ਅੰਦਰੋਂ ਅੰਦਰ ਕਰਦੇ ਆ, ਕਦੇ ਬੁਰਾ ਤੇ ਮਰਦ ਨੂੰ ਬੋਲਦੇ ਨਹੀਂ, ਬੜੇ ਪਿਆਰ 'ਚ ਹੀ ਰਹਿੰਦੇ ਆ। ਜੇ ਕੋਈ ਗੱਲਬਾਤ ਹੋ ਵੀ ਜਾਂਦੀ, ਨਾਰਾਜ਼ ਹੋ ਕੇ ਭੱਜ ਵੀ ਜਾਂਦੇ ਤੇ ਮਰਦ ਫਿਰ ਮਨਾ ਲੈਂਦੇ, ਪ੍ਰੇਮ ਬਹੁਤ ਜ਼ਿਆਦਾ। ਕਿਉਂਕਿ ਭਾਈ ਮਰਦਾਨਾ ਹੀ ਇੱਕ ਐਸੇ ਸੱਜਣ ਨੇ ਜਿਨ੍ਹਾਂ ਦੇ ਪਰਥਾਏ ਗੁਰੂ ਬਾਬਾ ਜੀ ਨੇ ਪਤਾ ਨਹੀਂ ਕਿੰਨੀ ਕੁ ਦੁਨੀਆ ਨੂੰ ਉਤਾਰੇ, ਕਿੰਨਿਆਂ ਦਾ ਉਧਾਰ ਕੀਤਾ ਏ। ਸੋ ਪਏ ਪਾਖਰ ਇੱਕ ਤੇ ਖਾਣ ਤੇ ਪੂਤਾ, ਝੰਡਾ ਨਾਮ ਰੁਚਰ ਕਰ ਤੂਤਾ। ਥੋੜੀ ਦੇਰ ਬਾਅਦ ਗੁਰੂ ਸਾਹਿਬ ਕਹਿੰਦੇ ਠੀਕ ਹੈ ਮਰਦਾਨਿਆ ਭਾਈ, ਜੇ ਤੂੰ ਸਾਡਿਆਂ ਦੇ ਘਰ ਜਾ ਕੇ ਰੋਟੀ ਖਾਣੀ, ਸਾਡੇ ਮਤਲਬ ਆਪਣੇ, ਫਿਰ ਸਾਡਾ ਨਾਂ ਲੈ ਦੀ ਜਾ ਕੇ। ਇੱਥੇ ਇੱਕ ਭਾਈ ਪਾਖਰ ਰਹਿੰਦਾ, ਉਹਨੂੰ ਬੇਟੀ ਕਹਿੰਦੇ ਆ, ਬੇਟੀ ਉਹਦੀ ਅੱਲ ਹੈ। ਹੁਣ ਬੇਟੀ ਕਹਿੰਦੇ ਤਰਖਾਣ ਨੂੰ, ਬਾਣੀ ਨੇ ਲਿਖਿਆ ਮੋਕੋ ਬੇਟੀ ਦੇਹ ਬਤਾਈ ਵੀ ਰੱਬਾ ਮੇਰਿਆ ਮੈਨੂੰ ਉਹ ਛੰਦ ਦੱਸ ਮੇਰੇ ਸੱਜਣਾ, ਜਿਹਨੇ ਇਹ ਤੇਰੀ ਛੰਦ ਬਣਾਤੀ ਹੈ। ਉਹ ਸੱਜਣ ਦੱਸਦੇ ਜਿਹਨੇ ਲੱਕੜ ਦਾ ਕੰਮ ਕਰਕੇ ਤੈਨੂੰ ਆ ਝੋਪੜੀ ਬਣਾ ਕੇ ਦਿੱਤੀ। ਤਰਖਾਣ ਕਿਹੜਾ ਹੈ ਜਿਹਨੇ ਇੰਨੀ ਸੋਹਣੀ ਛੰਦ ਪਾਈ ਹੈ? ਬੇਟੀ ਮਤਲਬ ਲੱਕੜ ਦਾ ਕੰਮ ਕਰਨ ਵਾਲਾ ਕਾਰਪੈਂਟਰ। ਹੁਣ ਇੱਥੇ ਲੱਕੜ ਦਾ ਕੰਮ ਕਰਨ ਵਾਲੇ ਨੇ ਭਾਈ ਪਾਖਰ ਜੋ ਬਜ਼ੁਰਗ ਹਨ, ਕਹਿੰਦੇ ਅੱਗੇ ਉਹਨਾਂ ਦਾ ਪੁੱਤ ਸੀ ਭਾਈ ਝੰਡਾ ਜੀ। ਹੁਣ ਉਹ ਝੰਡੇ ਦੇ ਨਾਂ ਵੀ ਅੱਲ ਵੱਜਦੀ ਹੈ, ਝੰਡਾ ਬੇਟੀ। ਸਤਿਗੁਰ ਕਹਿੰਦੇ ਪਾਖਰ ਦੇ ਘਰ ਚਲੇ ਆ ਜਾ, ਝੰਡੇ ਬਾਰੇ ਪੁੱਛ ਲਈ, ਉਹ ਸਾਨੂੰ ਬਹੁਤ ਪਿਆਰ ਨਾਲ ਜਾਣਦਾ ਹੈ, ਬਹੁਤ ਖਾਸ ਹੈ ਸਾਡਾ। ਮਰਦਾਨਾ ਜੀ ਸੋਚਦੇ ਆਏ ਤੇ ਆਪਾਂ ਪਹਿਲੀ ਵਾਰ ਵੀ ਇੱਥੇ ਖਾਸ ਕਿਵੇਂ ਹੋ ਗਿਆ?
ਪਰ ਉਹ ਗੁਰੂ ਸਾਹਿਬ ਨੂੰ ਅੰਦਰੋਂ ਜਾਣਦੇ ਨੇ ਵੀ ਇਹ ਪ੍ਰਮਾਤਮਾ ਪਰਮੇਸ਼ਵਰ ਨੇ ਜੋ ਕਹਿੰਦੇ ਆ ਉਹ ਸੱਚ ਹੀ ਹੁੰਦਾ ਹੈ। ਮਹਾਰਾਜ ਕਹਿੰਦੇ ਉਹਦੇ ਘਰ ਚਲਿਆ ਜਾਈ, ਕਿਸੇ ਹੋਰ ਦਾ ਦਰਵਾਜ਼ਾ ਨਾ ਖੜਕਾਈ, ਜਾ ਕੇ ਸਾਡਾ ਨਾਮ ਲੈ ਦਿਓ। ਜਾਏ ਕਰਿਓ ਭੋਜਨ ਤਿਹ ਅੰਨਾ, ਮਰਦਾਨ ਗਮਨਿਓ ਸੁਣ ਬੈਨਾ। ਪਿਆਰਿਆ ਸਾਡਾ ਨਾਮ ਲੈ ਕੇ ਉਸ ਘਰ ਵਿੱਚ ਜਾ ਬੈਠੀ ਤੇ ਰੱਜ ਕੇ ਭੋਜਨ ਛਕ ਕੇ ਆਈ, ਤਸੱਲੀ ਨਾਲ, ਕਿਉਂਕਿ ਆਪਣਾ ਘਰ ਹੈ। ਆਪਣਾ ਕੌਣ ਹੈ? ਜਿੱਥੇ ਤੁਸੀਂ ਆਉਂਦੇ ਜਾਂਦੇ ਝਿਜਕਦੇ ਨਾ ਹੋ। ਬਾਣੀ ਨੇ ਲਿਖਿਆ, ਕਹਿੰਦੇ ਉਹ ਘਰ ਕਿਹੜਾ ਹੈ? ਰੱਬ ਦਾ ਘਰ। ਜਿੱਥੇ ਆਉਂਦੇ ਜਾਂਦੇ ਜਿਹੇਦਾਰ ਹਟ ਕੇ ਜਾਂਦੇ, ਜਿਸ ਘਰ ਵਿੱਚ ਕੋਈ ਟੋਕ ਨਹੀਂ, ਕੋਈ ਰੋਕ ਨਹੀਂ, ਕੋਈ ਆਵਾਜ਼ ਨਹੀਂ ਮਾਰਦਾ, ਕੋਈ ਪੁੱਛਦਾ ਨਹੀਂ ਹੈ, ਕੋਈ ਪਰੇਸ਼ਾਨ ਨਹੀਂ ਕਰਦਾ, ਉਹ ਘਰ ਆਪਣਾ ਹੈ। ਤੇ ਭਾਈ ਮਰਦਾਨਾ ਜੀ ਨੂੰ ਇਹ ਤੋਂ ਬਾਅਦ ਖੁਸ਼ੀ ਕੀ ਹੋਣੀ ਸੀ? ਆਪਾਂ ਨੇ ਕੋਈ ਜਾਤ ਨਹੀਂ ਪੁੱਛਣੀ, ਧਰਮ ਨਹੀਂ ਪੁੱਛਣਾ, ਮਜ਼ਹਬ ਨਹੀਂ ਪੁੱਛਣਾ। ਮੱਝ ਨੇ ਦੱਸਤਾ ਵੀ ਝੰਡੇ ਦਾ ਘਰ ਪੁੱਛਣਾ, ਰੋਟੀ ਖਾਇਆ। ਬਹੁਤ ਪ੍ਰਸੰਨ, ਮੱਥਾ ਟੇਕਿਆ, ਕਹਿੰਦੇ ਬਾਬਾ ਜੀ ਅਸੀਸ ਦਿਓ ਬਰਾਵਾਂ ਤੇ। ਗੁਰੂ ਸਾਹਿਬ ਮੁਸਕਰਾਉਂਦੇ ਰਹੇ, ਕਹਿੰਦੇ ਛੇਤੀ ਮੁੜਿਆ ਹੀ। ਕਹਿੰਦਾ ਬਸ ਆ ਗਿਆ ਜੀ। ਨਗਰ ਵਿੱਚ ਆਇਆ, ਭਾਈ ਪਾਖਰ ਦਾ ਘਰ ਭਾਈ ਮਰਦਾਨਾ ਪੁੱਛਦਾ ਫਿਰਦਾ ਹੈ ਵੀ ਜਿਹਦਾ ਪੁੱਤ ਝੰਡਾ ਏ, ਜੋ ਲੱਕੜ ਦਾ ਕੰਮ ਕਰਦਾ ਏ। ਜਾਏ ਨਗਰ ਮੇ ਪ੍ਰਾਪਤ ਭਇਓ, ਬੂਝਤ ਬੂਝਤ ਕੋ ਸਿੱਖ ਗਇਓ। ਪੁੱਛਦੇ 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 ਕੋਈ ਕਹਿੰਦਾ ਇੱਧਰ ਚੱਲ ਜਾ, ਕੋਈ ਕਹਿੰਦਾ ਉੱਧਰ ਚੱਲ ਜਾ। ਜਿਹਦਾ ਰਿਆਵਤ ਜਾਤੇ ਉਹ ਹਟਕੈ ਨਾਹੀ ਕੋਈ। ਉਹ ਘਰ ਕਿਹਦਾ ਏ? ਜਿੱਥੇ ਆਉਂਦਿਆਂ ਜਾਂਦਿਆਂ ਕੋਈ ਰੋਕਦਾ ਨਹੀਂ, ਟੋਕਦਾ ਨਹੀਂ, ਪੁੱਛਦਾ ਨਹੀਂ, ਬੁਲਾਉਂਦਾ ਨਹੀਂ। ਉਹ ਘਰ ਹੈ ਸੱਜਣ ਦਾ। ਇੱਕ ਨੂੰ ਪੁੱਛਿਆ, ਦੋ ਨੂੰ ਪੁੱਛਿਆ, ਕੋਈ ਸੱਜੀ ਗਲੀ ਮੋੜ ਦਿੰਦਾ, ਕੋਈ ਖੱਬੀ ਮੋੜ ਦਿੰਦਾ, ਕਿਉਂਕਿ ਝੰਡਾ ਨਾਮ ਦੇ ਲੋਕ ਬਹੁਤ ਨੇ ਪਿੰਡਾਂ 'ਚ। ਇੱਕ ਨਾਮ ਦੇ ਕਈ ਕਈ ਲੋਕ ਹੁੰਦੇ। ਹੁਣ ਮੰਨ ਲਓ ਕਿਸੇ ਦਾ ਨਾਮ ਸੁੱਚਾ ਸਿੰਘ ਹੈ, ਕਿੰਨੇ ਕਿੰਨੇ ਲੋਕ। ਤੂੰ ਕਿਸੇ ਜਾਤ 'ਚੋਂ ਆ, ਕਿਸੇ ਮਜ਼ਹਬ 'ਚੋਂ। ਅਗਲਾ ਕਹਿੰਦਾ ਹੈ ਜੱਟਾਂ ਵਾਲਿਆਂ ਦੇ ਜਾਣਾ, ਤਖਾਣਾ ਵਾਲਿਆਂ ਦੇ, ਕਿਹਦੇ ਜਾਣਾ ਭਾਈ? ਉਹ ਦੱਸਦਾ ਹੈ ਜੀ ਮੈਂ ਫਲਾਣਿਆਂ ਦੀ ਅੱਲ 'ਚ ਉਹਨਾਂ ਦੇ ਜਾਣਾ, ਕਹਿੰਦੇ ਫਿਰ ਇੱਧਰ ਨੂੰ ਚੱਲ ਜਾ। ਕਈਆਂ ਨੂੰ ਪੁੱਛਦੇ ਪੁੱਛਦੇ ਭਾਈ ਮਰਦਾਨਾ ਜੀ ਨੂੰ ਇੱਕ ਮੁਸਾਫਰ ਦਿਸਿਆ, ਇੱਕ ਬੰਦਾ ਅਜਨਬੀ ਜਿਹਾ ਲੱਗਾ ਵੀ ਜੋ ਕਿਸੇ ਨਾਲ ਬੋਲਦਾ ਨਹੀਂ, ਕਿਸੇ ਨੂੰ ਬੁਲਾਉਂਦਾ ਨਹੀਂ, ਚੁੱਪ ਜਿਹਾ ਖੜਾ ਸੀ। ਭਾਈ ਮਰਦਾਨਾ ਉਹਦੇ ਨੇੜੇ ਆ ਗਿਆ ਵੀ ਇਹ ਮਸਤ ਮੌਲਾ ਜਾਂ ਪਿੰਡ 'ਚ ਘੁੰਮਣ ਵਾਲਾ, ਇਹਨੂੰ ਪਤਾ ਹੋਊਗਾ। ਕੋਲ ਆਏ, ਸੀਸ ਨਵਾਇਆ, ਕਹਿੰਦੇ ਜੀ ਪਾਖਰ ਦੇ ਘਰੇ ਜਾਣਾ ਹੈ। ਪਾਖਰ ਵੇਢੀ, ਜਿਹਦਾ ਪੁੱਤ ਝੰਡਾ ਵੇਢੀ ਹੈ, ਉਹਦਾ ਘਰ ਕਿਹੜੇ ਪਾਸੇ ਹੈ? ਉਹ ਬੰਦਾ ਵੇਖੇ ਬੜਾ ਹੈਰਾਨ ਵੀ ਇਹ ਕਿਹਦੇ ਘਰ ਚੱਲੇ ਆ ਤੇ ਪੁੱਛ ਕੀ ਹੋ ਰਿਹਾ? ਕੋਈ ਅਜਨਬੀ ਲੱਗਦਾ ਹੈ, ਕਿਉਂਕਿ ਭਾਈ ਮਰਦਾਨਾ ਜੀ ਦਾ ਲਿਬਾਸ ਸਾਧੂਆਂ ਵਾਲਾ ਹੈ, ਫਕੀਰਾਂ ਵਾਲਾ ਹੈ। ਅਜਨਬੀ ਨੇ ਕਦੇ ਇਹੋ ਜਿਹੇ ਮਨੁੱਖ ਇਸ ਨਗਰ 'ਚ ਆਏ ਨਹੀਂ। ਕਹਿੰਦੀ ਉਹਨੇ ਵੀ ਅੱਗੋਂ ਸੀਸ ਨਵਾਇਆ, ਬੜੇ ਅਦਬ ਦੇ ਨਾਲ ਉਹਨੇ ਜਵਾਬ ਦਿੱਤਾ ਏ। ਅਬ ਇੱਕ ਮਾਨਵਤ ਹੈ ਕੇ ਸੰਗਾ, ਬੂਝਨ ਕੀਨ ਸਰਬ ਪਰ ਸੰਗਾ। ਉਹ ਮਨੁੱਖ ਬੜਾ ਭਲਾ ਸੀ, ਕਹਿੰਦਾ ਆਓ ਮੈਂ ਤੁਹਾਨੂੰ ਉਸੇ ਪਾਸੇ ਲੈ ਚੱਲਦਾ, ਦੂਰੋਂ ਦਿਖਾ ਦਿੰਦਾ ਕਿਹੜਾ ਘਰ ਹੈ। ਕਿਉਂਕਿ ਘਰ ਇਹਦਾ ਮਤਲਬ ਦੂਰ ਹੋਊਗਾ। ਜਿਹਨੇ ਉਹਨੇ ਇਸ਼ਾਰਾ ਨਹੀਂ ਕੀਤਾ ਵੀ ਇੱਧਰ ਮੁੜ ਕੇ ਚਲਿਆ ਜਾਈਂ, ਨਾਲ ਜਾ। ਕਹਿੰਦਾ ਜੀ ਮੈਂ ਤੁਹਾਨੂੰ ਘਰ ਦੱਸ ਦਿੰਦਾ, ਤੁਸੀਂ ਚਲੇ ਜਾਇਓ। ਪਿੰਡੋਂ ਬਾਰ-ਬਾਰ ਦੂਜੇ ਬੰਨੇ ਉਹਨਾਂ ਦਾ ਘਰ ਹੈ। ਪਰ ਉਹ ਮਨੁੱਖ ਬੜਾ ਹੈਰਾਨ ਹੈ ਵੀ ਇਹ ਕੋਈ ਅਜਨਬੀ ਜਾਂ ਵਿਅਕਤੀ ਹੈ, ਕਿਸੇ ਹੋਰ ਦੇਸ਼ ਤੋਂ ਆਇਆ ਲੱਗਦਾ ਹੈ, ਇਹਨੂੰ ਝੰਡੇ ਨਾਲ ਕੀ ਕੰਮ ਪੈ ਗਿਆ? ਮਨ 'ਚ ਖਿਆਲ ਤੇ ਹੈ, ਪਰ ਉਹਨੇ ਪੁੱਛਿਆ ਨਾ। ਉਹ ਹੈ ਤੂੰ ਕਹਿਤੀ ਚਲ ਆਇਓ, ਕੌਣ ਬਰਨ ਅਬ ਕਹਾਂ ਸਿਧਾਇਓ। ਚੁੱਪ ਚਪੀਤੇ ਤੁਰੇ ਜਾਂਦੇ ਨੇ, ਪਰ ਉਹ ਸੱਜਣ ਦੇ ਮਨ 'ਚ ਫੇਰ ਆਇਆ ਵੀ ਸਾਡੇ ਪਿੰਡ ਦਾ ਝੰਡਾ ਏ, ਮੈਂ ਇਸ ਬੰਦੇ ਤੋਂ ਪੁੱਛ ਤੇ ਲਵਾਂ, ਕੋਈ ਹੋਰ ਹੀ ਨਾ ਹੋਵੇ ਚੋਰ ਲੁਟੇਰਾ। ਕਹਿੰਦਾ ਵੀ ਭਾਈ ਇਹ ਦੱਸ ਪਹਿਲਾਂ ਮੈਨੂੰ, ਤੂੰ ਆਇਆ ਕਿੱਥੋਂ ਹੈ, ਤੇਰਾ ਨਾਮ ਕੀ ਹੈ, ਤੇਰੀ ਜਾਤ ਕੀ, ਤੇਰਾ ਲਿਬਾਸ ਕੀ, ਤੂੰ ਕਿਉਂ ਮਿਲਣ ਚੱਲੇ? ਸੁਭਾਵਕ ਪੁੱਛਦਾ ਓ, ਕੋਈ ਚਾਲ ਨਹੀਂ ਆ। ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ, ਕਿਉਂਕਿ ਉਹਨਾਂ ਨੂੰ ਕਾਹਦਾ ਡਰ ਹੈ। ਕਹਿੰਦੇ ਅਸੀਂ ਪੰਜਾਬੋਂ ਆਏ ਹਾਂ, ਸਾਡਾ ਦੇਸ਼ ਪੰਜਾਬ ਹੈ। ਸੁਣ ਮਰਦਾਨੇ ਵਾਕ ਅਲਾਇਆ, ਝੰਡੇ ਕੋ ਕਰ ਦੇਹੋ ਬਤਾਇਆ। ਭਾਈ ਮਰਦਾਨਾ ਜੀ ਕਹਿੰਦੇ ਆਏ ਅਸੀਂ ਦੂਰੋਂ ਆ, ਸਿਰਫ ਇੱਥੇ ਮਿਲਣ ਵਾਸਤੇ ਆਏ ਆ ਭਾਈ ਝੰਡੇ ਨੂੰ, ਤੁਹਾਡੀ ਬੜੀ ਮਿਹਰਬਾਨੀ ਹੋਊਗੀ, ਸਾਨੂੰ ਘਰ ਦਿਖਾ ਦਿਓ। ਕਹਿੰਦੇ ਜੀ ਘਰ ਤੇ ਨੇੜੇ ਹੈ, ਪਰ ਮੈਂ ਪੁੱਛਣਾ ਚਾਹੁੰਦਾ ਸੀ ਤੁਸੀਂ ਕਿਹੜੀ ਜਾਤ ਨਾਲ ਜੁੜੇ ਹੋਏ ਹੋ? ਉਦੋਂ ਜਾਤਾਂ ਹੰਕਾਰ ਵਾਸਤੇ ਥੋੜਾ ਹੁੰਦੀਆਂ ਸੀ ਕਿ ਮੈਂ ਬੁਲਾਣਾ ਸੀ। ਉਦੋਂ ਜਾਤਾਂ ਸਿਰਫ ਇੱਕ ਕੈਟਾਗਰੀ ਸੀ, ਇੱਕ ਪਹਿਚਾਣ ਸੀ
ਇਹ ਗੱਲ ਜਿਵੇਂ ਕਿਸੇ ਡਿਪਾਰਟਮੈਂਟ 'ਚ ਕੋਈ ਬੰਦਾ ਕੰਮ ਕਰਦਾ ਵੀ ਫਲਾਣੇ ਸਿਸਟਮ 'ਚ ਫਲਾਣਾ ਹੁੰਦਾ, ਅੱਗੇ ਜਾਤਾਂ ਇੱਦਾਂ ਹੁੰਦੀਆਂ ਸੀ, ਨਾਲ ਤੁਰੇ ਜਾਂਦੇ ਆ, ਪਰ ਭਾਈ ਮਰਦਾਨੇ ਨੂੰ ਭੁੱਖ ਬਹੁਤ ਲੱਗੀ ਹੋਈ ਹੈ, ਇਸੇ ਕਰਕੇ ਕੋਈ ਗੱਲ ਸੁਝਦੀ ਨਹੀਂ। दोहर बूझ लग्यो सो हमें जाए जो तिह के पास, इंद्र सैन सुन ले चला जिह था तो आवास। ਕਹਿੰਦੇ ਮੇਰਾ ਨਾਮ ਮਰਦਾਨਾ, ਮੈਂ ਪੰਜਾਬ ਤੋਂ ਚੱਲ ਕੇ ਆਇਆ, ਬਾਕੀ ਜਿਹਦੇ ਘਰ ਚੱਲੇ ਆ ਉਹਨੇ ਮੈਨੂੰ ਆਪ ਹੀ ਪਛਾਣ ਲੈਣਾ। ਓਵਰ ਕੌਨਫੀਡੈਂਸ, ਮੈਨੂੰ ਪਛਾਣ ਲੂਗਾ, ਜੇ ਨਾ ਪਛਾਣਿਆ ਫਿਰ ਉਹ ਜਿਹੜਾ ਨਾਲ ਤੁਰਿਆ ਜਾਂਦਾ ਹੈ ਉਹਨੇ ਬੜਾ ਸਤਿਕਾਰ ਕੀਤਾ, ਫਿਰ ਤੇ ਰਿਸ਼ਤੇਦਾਰੀ ਹੋ ਕੋਈ ਐਡਾ ਹੁੱਬ ਕੇ ਜਿਹੜਾ ਬੰਦਾ ਦੱਸਦਾ ਹੈ ਵੀ ਮੈਂ ਚੱਲਿਆ, ਮੈਨੂੰ ਘਰ ਦੱਸ ਦੇ, ਮੈਨੂੰ ਪਛਾਣ ਲੂਗਾ, ਘਰੇ ਆਉਣ ਸਾਰੀ ਉਹਨੇ ਕਹਿਣਾ ਆਓ ਜੀ ਆਇਆਂ ਨੂੰ। ਉਹ ਵਿਅਕਤੀ ਚੁੱਪ-ਚਾਪ ਤੁਰਿਆ ਜਾਂਦਾ, ਉਹਦੇ ਮਨ 'ਚ ਹੋਰ ਸਤਿਕਾਰ ਵੱਧ ਗਿਆ ਵੀ ਇਹ ਕੋਈ ਚੋਰ ਲੁਟੇਰਾ ਨਹੀਂ ਹੈ, ਕੋਈ ਠਗਵਾੜਾ ਨਹੀਂ ਹੈ, ਇਹ ਕੋਈ ਉਹਦਾ ਨਜ਼ਦੀਕੀ ਸੱਜਣ ਹੈ, ਹੋ ਸਕਦਾ ਕਈ ਸਾਲਾਂ ਬਾਅਦ ਆਇਆ ਹੋਵੇ। ਉਹ ਨਾਲ ਹੀ ਤੁਰ ਪਿਆ। ਭਾਈ ਮਰਦਾਨਾ ਕਹਿੰਦਾ ਮੈਨੂੰ ਰਸਤਾ ਦੱਸ ਦੇ, ਮੈਂ ਆਪੇ ਚਲੇ ਜਾਊਂ। ਕਹਿੰਦਾ ਨਹੀਂ ਜੀ, ਸਾਡੇ ਨਗਰ 'ਚ ਇੱਕ ਸਤਿਕਾਰ ਹੈ, ਜੇ ਕੋਈ ਰਾਹ ਪੁੱਛਦਾ ਘਰ ਛੱਡ ਕੇ ਆਏ, ਰਿਵਾਜ ਆ ਉੱਥੇ ਉਹਨਾਂ। ਭਾਈ ਮਰਦਾਨਾ ਜੀ ਨੂੰ ਬਹੁਤ ਚੰਗਾ ਲੱਗਾ, ਪਰ ਉਹ ਕਹਿੰਦੇ ਵੀ ਮੈਨੂੰ ਝੰਡੇ ਦਾ ਘਰ ਦੱਸ, ਮੈਨੂੰ ਤੇ ਉਹ ਭੱਜ ਕੇ ਮਿਲੂਗਾ। ਇਹ ਪਤਾ ਲੱਗ ਗਿਆ ਨਾ ਵੀ ਮੈਨੂੰ ਗੁਰੂ ਸਾਹਿਬ ਨੇ ਭੇਜਿਆ, ਜਦੋਂ ਮੈਂ ਉਹਨਾਂ ਦਾ ਨਾਮ ਲੈਣਾ ਉਹਨੇ ਉੱਠ ਪੈਣਾ ਵੀ ਵਾਹ ਜੀ ਵਾਹ, ਧੰਨ ਭਾਈ ਮਰਦਾਨਾ ਗਰੀਬ ਦੇ ਘਰੇ ਆ ਗਏ। ਇੱਦਾਂ ਹੁੰਦਾ ਰਿਹਾ। ਉਸੇ ਹਿਸਾਬ ਨਾਲ ਕਹਿਤਾ ਵੀ ਤੂੰ ਚਿੰਤਾ ਨਾ ਕਰ, ਉਹ ਮੈਨੂੰ ਜਾਣਦੇ ਹਨ। ਸੋ ਪਈ ਝੰਡਾ ਮੰਜੇ ਬੁਨ ਤਨ ਕੇ ਤੋ, ਦੇਖ ਉਠਿਓ ਤਿਨ ਆਦਰ ਹੇਤੋ। ਚੱਲਦੇ ਚੱਲਦੇ ਭਾਈ ਮਰਦਾਨਾ ਪੁੱਛਦਾ, ਕਹਿੰਦਾ ਤੇਰਾ ਨਾਂ ਕੀ ਹੈ? ਹੁਣ ਇਹ ਕਿਵੇਂ ਹੋ ਸਕਦਾ ਵੀ ਪੰਜਾਬੀ ਤੁਰੇ ਜਾਂਦੇ ਹੁਣ ਤੇ ਇੱਕ ਦੂਜੇ ਦਾ ਨਾਂ ਨਾ ਪੁੱਛਣ। ਉਹ ਕਹਿੰਦਾ ਜੀ ਮੇਰਾ ਨਾਮ ਇੰਦਰ ਸੈਨ ਹੈ। ਕਹਿੰਦਾ ਅੱਛਾ, ਉਹ ਸਾਹਮਣੇ ਘਰ ਹੈ ਝੰਡੇ ਦਾ। ਭਾਈ ਮਰਦਾਨਾ ਜੀ ਆਏ, ਕਿਉਂਕਿ ਇਸ ਘਰ ਨੂੰ ਦਰਵਾਜ਼ਾ ਕੋਈ ਨਹੀਂ, ਖੁੱਲ੍ਹਾ ਹੀ ਹੈ ਬੇਟਾ। ਹੁਣ ਝੰਡਾ ਬਾਟੀ ਕੀ ਕਰ ਰਿਹਾ ਹੈ? ਉਹ ਮੰਜੀ ਬੁਣਦਾ ਸੀ, ਲੱਕੜ ਦੀ ਮੰਜੀ ਬਣਾ ਕੇ ਉਹਨੂੰ ਬੁਣਨਾ। ਅੱਗੇ ਬੈਡਾਂ ਵਾਲੇ ਕਿਹੜੇ ਕੰਮ ਸੀ, ਪਲੰਗੇ ਬਣਦੇ ਸੀ, ਮੰਜੀਆਂ ਬਣਦੀਆਂ ਸੀ। ਕਹਿੰਦੇ ਉਹ ਬੜੇ ਪਿਆਰ 'ਚ ਰੱਬ ਨੂੰ ਚੇਤੇ ਕਰਕੇ ਇੱਕ ਇੱਕ ਦੌਣ ਬੁਣ ਰਿਹਾ ਮੰਜੀ ਦੀ, ਬੜੇ ਪਿਆਰ 'ਚ ਬੈਠੇ। ਉਹਨੂੰ ਨਹੀਂ ਪਤਾ ਲੱਗਾ ਕੋਈ ਵਿਹੜੇ ਆਇਆ। ਹੁਣ ਭਾਈ ਮਰਦਾਨਾ ਜੀ ਨੇ ਵੇਖਿਆ ਵੀ ਸਾਹਮਣੇ ਇੱਕ ਬਜ਼ੁਰਗ ਵੀ ਬੈਠਾ ਹੈ, ਇੱਕ ਮੰਜੀ ਬੁਣਦਾ ਹੈ। ਇਹਨਾਂ 'ਚ ਝੰਡਾ ਕਿਹੜਾ? ਆਖੋ ਸਤਿਨਾਮ। ਮੈਂ ਤੇ ਕਿਹਾ ਸੀ ਮੈਨੂੰ ਸਾਰੇ ਜਾਣਦੇ ਆ, ਪਰ ਉੱਥੇ ਵੇਖ ਕੇ ਅੱਗੋਂ ਕੋਈ ਉੱਠਿਆ ਹੀ ਨਾ। ਪੂਰਨ ਸੁੰਦਰ ਮੰਚ ਦਸਾਇਓ, ਅਦਕ ਭਾਉ ਕਰ ਤਿਸੈ ਬਸਾਇਓ। ਜਿਸ ਵੇਲੇ ਝੰਡੇ ਬੇਟੀ ਨੇ ਵੇਖਿਆ ਵੀ ਕੋਈ ਮਨੁੱਖ ਆਇਆ ਹੈ, ਪਰ ਲੱਗਦਾ ਰੱਬ ਦਾ ਪਿਆਰਾ, ਪੂਰਾ ਪ੍ਰਭਾਵਿਤ ਪਤਾ ਲੱਗ ਜਾਂਦਾ। ਉਹਨੇ ਕੁਛ ਨਹੀਂ ਪੁੱਛਿਆ, ਬੜੇ ਅਦਬ ਨਾਲ ਹੱਥ ਜੋੜੇ, ਪ੍ਰਣਾਮ ਕੀਤੀ ਆਪਣੇ ਵੱਲੋਂ, ਜਿਵੇਂ ਉਹਨਾਂ ਦੇ ਇਲਾਕੇ 'ਚ ਕਰਦੇ ਸੀ, ਮੱਥਾ ਟੇਕਦੇ ਸੀ। ਜਿਹੜੀ ਮੰਜੀ ਬੁਣਦਾ ਸੀ ਉਹਦੇ ਕੋਲ ਇੱਕ ਮੰਜੀ ਹੋਰ ਪਈ ਸੀ, ਨਵੀਂ ਬੁਣੀ, ਉਹਨੇ ਸਾਹਮਣੇ ਰੱਖ ਦਿੱਤੀ। ਕਹਿੰਦਾ ਮਾਂਪਰ ਕੋਈ ਇੱਥੇ। ਭਾਈ ਮਰਦਾਨੇ ਨੇ ਉਹ ਦੂਜੇ ਬੰਦੇ ਵੱਲ ਵੇਖਿਆ ਵੀ ਜੇ ਜਾਣਦੇ ਤਾਂ ਹੀ ਬਿਠਾਇਆ। ਆਖੋ ਸਤਿਨਾਮ। ਐਡੀ ਕਿਤੇ ਮਾਨਦਾਨ ਹੈਗਾ, ਨਹੀਂ ਤੇ ਅਗਲਾ ਪੁੱਛਦਾ ਵੀ ਕਿੱਧਰੋਂ ਆਇਆ, ਕਿਹਦੇ ਘਰ ਆਇਆ, ਕਿਹਨੂੰ ਮਿਲਣਾ। ਕੁਛ ਨਹੀਂ ਪੁੱਛਿਆ ਉਹਨੇ। ਝੰਡੇ ਨੇ ਉਹਨੇ ਵੇਖਿਆ ਕੋਈ ਰੱਬ ਦਾ ਪਿਆਰਾ ਬੰਦਗੀ ਵਾਲਾ ਘਰੇ ਆਇਆ, ਮਹਿਮਾਨ ਆਇਆ। ਘਰੇ ਕੌਣ ਆਊ ਤੁਹਾਡੇ? ਜਿਹਨੂੰ ਭੁੱਖ ਲੱਗੀ ਹੋਊਗੀ, ਪਿਆਸ ਲੱਗੀ ਹੋਊਗੀ, ਜਾਂ ਤੁਹਾਡੇ ਨਾਲ ਬਹਿ ਕੇ ਕੁਦਰਤ ਦੀ ਗੱਲ ਕਰਨੀ ਚਾਹੁੰਦਾ। ਤਿੰਨਾਂ ਤੋਂ ਬਗੈਰ ਕੋਈ ਆਉਂਦਾ ਕਿਸੇ ਦੇ ਘਰੇ? ਕਿਸੇ ਨੇ ਕਿਸੇ ਤੋਂ ਵੀ ਲੈਣਾ। ਜਦੋਂ ਕਹਿੰਦੇ ਭਾਈ ਮਰਦਾਨਾ ਜੀ ਬੈਠੇ ਹੋ, ਬੈਠੇ ਵਿਹੜੇ 'ਚ ਵੇਖੀ ਜਾਂਦੇ ਆ ਵੀ ਚੁੱਲ੍ਹਾ ਕਿਹੜੇ ਪਾਸੇ, ਭੁੱਖ ਲੱਗੀ ਹੈ ਜੀ ਅੰਦਰ ਬਹੁਤ। ਝੰਡੇ ਨੇ ਬੜਾ ਅਦਬ ਕੀਤਾ, ਕਹਿੰਦਾ ਜੀ ਆਇਆਂ ਨੂੰ ਜੀ, ਜਲ ਛਕਾਇਆ। ਉਹ ਜਿਹੜਾ ਸਾਥੀ ਸੀ ਛੱਡਣ ਆਇਆ, ਉਹਨੇ ਵੇਖਿਆ ਵੀ ਸੱਚਮੁੱਚ ਕੋਈ ਇਹਨਾਂ ਦਾ ਰਿਸ਼ਤੇਦਾਰ ਹੀ ਹੈ। ਉਹਦੇ ਸਿਰ ਨਵਾਇਆ, ਜਾਣ ਦੀ ਆਗਿਆ ਮੰਗ ਲਈ। ਇੰਦਰ ਸੈਨ ਪੁਨ ਬੈਨ ਉਚਾਰਾ, ਖੋਜਤ ਫਿਰਤ ਆਵਾਸ ਤੁਮਾਰਾ। ਉਹ ਮਨੁੱਖ ਜਿਹੜਾ ਭਾਈ ਮਰਦਾਨੇ ਨੂੰ ਪਹਿਲਾਂ ਮਿਲਿਆ ਸੀ, ਉਹਦਾ ਨਾਮ ਸੀ ਇੰਦਰ ਸੈਨ, ਤੇ ਇੱਥੋਂ ਦਾ ਰਾਜਾ ਉਹਦਾ ਨਾਮ ਕੀ ਹੈ? ਸੁਦਰ ਸੈਨ। ਨਾਮ ਦੋਨਾਂ ਦੇ ਪਿੱਛੇ ਸੈਨ ਸੈਨ ਲੱਗਦਾ ਹੈ, ਪਰ ਨਾਮਾਂ 'ਚ ਭਰਮ ਨਾ ਜਾਇਓ, ਕਈ ਵਾਰ ਹੋ ਜਾਂਦਾ ਹੈ ਵੀ ਪਹਿਲਾਂ ਤੇ ਨਾਮ ਸੁਦਰ ਸੈਨ ਦੱਸਦਾ, ਹੁਣ ਇੰਦਰ ਸੈਨ ਦੱਸਦਾ। ਇਹ ਕੌਣ ਹੈ? ਸੁਦਰ ਸੈਨ ਰਾਜਾ ਏ, ਇੰਦਰ ਸੈਨ ਉਹ ਮਨੁੱਖ ਹੈ, ਉਹ ਅਜਨਬੀ ਵਿਅਕਤੀ ਹੈ ਜੋ ਭਾਈ ਮਰਦਾਨਾ ਨੂੰ ਝੰਡੇ ਦੇ ਘਰ ਲੈ ਕੇ ਆਇਆ। ਕਹਿੰਦਾ ਜੀ ਇਹ ਤੁਹਾਡਾ ਘਰ ਲੱਭਦੇ ਫਿਰਦੇ ਸੀ, ਮੈਂ ਛੱਡਣ ਆ ਗਿਆ। ਝੰਡਾ ਕਹਿੰਦਾ ਜੀ ਬੜੀ ਮਿਹਰਬਾਨੀ ਕੀਤੀ ਤੁਸੀਂ,
ਘਰ ਲੈ ਆਇਓ, ਬੈਠੋ ਤੁਸੀਂ। ਕਹਿੰਦਾ ਨਹੀਂ ਮੈਂ ਚੱਲਦਾ, ਤੁਸੀਂ ਮਿਲੋ ਆਪਣੇ ਮਹਿਮਾਨ। ਗੱਲਬਾਤ ਮੇਰੇ ਲਾਇਕ ਕੋਈ ਸੇਵਾ ਹੋਵੇ ਮੈਨੂੰ ਜ਼ਰੂਰ ਦੱਸਿਓ। ਪੂਜੈ ਰਹਿਓ ਸਰਪੰਗ ਸੰਗਾ, ਮੋਹਿ ਨ ਬਤਾਏ ਆਨੇ ਸੰਗਾ। ਪਰ ਜਾਂਦਾ ਇੱਕ ਲਾਂਭਾ ਦੇ ਗਿਆ, ਕਹਿੰਦਾ ਜੀ ਤੁਹਾਡੇ ਮਹਿਮਾਨ ਰਿਸ਼ਤੇਦਾਰ ਨੇ, ਬੜੀ ਚੰਗੇ ਨੇ, ਇਹਨਾਂ ਨੂੰ ਮੈਂ ਕਈ ਵਾਰ ਪੁੱਛ ਲਿਆ ਵੀ ਤੁਹਾਡਾ ਪਿੰਡ ਕਿਹੜਾ ਹੈ, ਤੁਹਾਡੀ ਜਾਤ ਕਿਹੜੀ ਹੈ। ਇਹ ਕਹਿੰਦੇ ਮੈਂ ਪੰਜਾਬੋਂ ਆਇਆ, ਦੱਸਦਾ ਹੀ ਕੁਛ ਨਹੀਂ। ਆਖੋ ਸਤਨਾਮ। ਵੀ ਤੁਹਾਡੇ ਰਿਸ਼ਤੇਦਾਰ ਥੋੜੇ ਜਿਹੇ ਕੱਟੜ ਸੁਭਾਅ ਦੇ, ਖੁੱਲੇ ਨਹੀਂ ਮੇਰੇ ਨਾਲ, ਕੁਛ ਦੱਸਿਆ ਨਹੀਂ ਇਹਨੇ। ਭਾਈ ਝੰਡਾ ਜੀ ਹੱਸ ਪਏ, ਉਹ ਆਪ ਪਰੇਸ਼ਾਨ ਹੈ ਵੀ ਇਹ ਜਿਹੜਾ ਰਿਸ਼ਤੇਦਾਰ ਬਣਿਆ ਬੈਠਾ ਘਰੇ, ਇਹਨੂੰ ਤੇ ਮੈਂ ਵੀ ਨਹੀਂ ਜਾਣਦਾ, ਤੈਨੂੰ ਕੀ ਦੱਸੂ, ਇਹ ਤੇ ਮੇਰੇ ਘਰ ਆ ਕੇ ਬਹਿ ਗਿਆ, ਮੈਂ ਕਿਹੜਾ ਜਾਣਦਾ ਕੌਣ ਆ। ਪਰ ਉਹ ਇੰਨਾ ਜਾਣਦਾ ਕੋਈ ਰੱਬ ਦਾ ਪਿਆਰਾ ਹੈ। ਕੌਣ ਕਿਸੇ ਦੇ ਆਉਂਦਾ ਜੀ? ਭਾਈ ਮਰਦਾਨਾ ਆਇਆ, ਜੇ ਰੱਬ ਨੇ ਭੇਜਿਆ ਤਾਂ ਆਇਆ, ਐਵੇਂ ਥੋੜਾ ਆ ਗਿਆ। ਬੜੀ ਦੁਨੀਆ ਵਸਦੀ, ਹੋਰ ਨਾ ਕਿਸੇ ਦੇ ਘਰ ਆ ਗਿਆ। ਹੁਣ ਭਾਈ ਮਰਦਾਨਾ ਬੜੇ ਆਰਾਮ ਨਾਲ ਬੈਠਾ ਵੇਖਦਾ ਵੀ ਇਹ ਬੰਦਾ ਬੜੀਆਂ ਸ਼ਿਕਾਇਤਾਂ ਲਾਉਂਦਾ ਹੈ, ਕਿਤੇ ਰੋਟੀ ਪਾਣੀ ਤੋਂ ਨਾ ਜਾਈਏ। ਚੁੱਪ ਕਰੇ ਬੈਠੇ ਰਹੇ, ਕੁਛ ਨਾ ਬੋਲੇ। ਉਹ ਇੰਦਰ ਸੈਨ ਦਾ ਧੰਨਵਾਦ ਕਰਦਾ ਝੰਡਾ, ਕਹਿੰਦਾ ਗੁਰਮੁਖਾ ਬੜੀ ਕਿਰਪਾ ਕੀਤੀ, ਤੂੰ ਛੱਡ ਗਿਆ, ਨਹੀਂ ਤੇ ਇਹਨਾਂ ਨੂੰ ਘਰ ਨਹੀਂ ਸੀ ਲੱਭਣਾ। ਪਰ ਉਹਨੇ ਸਵਾਲ ਕਰਕੇ ਬੇਇੱਜ਼ਤ ਨਹੀਂ ਕੀਤਾ। ਇਹ ਨਹੀਂ ਕਿਹਾ ਕਿਸੇ ਨੂੰ ਘਰ ਆਏ ਨੂੰ ਪੁੱਛੋ ਤੂੰ ਕੀ ਕਰਨ ਆਇਆ ਕਿਸੇ ਦੇ ਸਾਹਮਣੇ, ਅਗਲਾ ਫੀਲ ਕਰਦਾ ਹੈ, ਚੰਗਾ ਨਹੀਂ ਲੱਗਦਾ। ਇਹ ਪਰਵਰਿਸ਼ ਹੁੰਦੀ ਬੰਦੇ ਦੀ, ਜੋ ਉਹਨੂੰ ਮਿਲੇ ਹੁੰਦੇ ਨੇ ਸੰਸਕਾਰ। ਝੰਡੇ ਦਾ ਪਿਤਾ ਨੇੜੇ ਆਇਆ, ਕਹਿੰਦਾ ਪੁੱਤ ਇਹਨਾਂ ਨੂੰ ਛਕਾਓ ਕੁਝ। ਕਹਿੰਦਾ ਹਾਂਜੀ ਪਿਤਾ ਜੀ ਚਿੰਤਾ ਨਾ ਕਰੋ, ਮੈਂ ਜਲ ਪਾਣੀ ਬਣਾਇਆ ਛਕਾਉਣਾ। ਉਦੋਂ ਚਾਹ ਚੂਹ ਦੇ ਕਿਹੜੇ ਰਿਵਾਜ ਹੁੰਦੇ ਸੀ, ਦੁੱਧ ਛਕਾਇਆ ਜਾਂਦਾ ਸੀ ਜਾਂ ਲੱਸੀ। ਜਦੋਂ ਛਕਣ ਛਕਾਉਣ ਦੀਆਂ ਗੱਲਾਂ ਹੋਈਆਂ, ਭਾਈ ਮਰਦਾਨਾ ਜੀ ਨੂੰ ਸਕੂਨ ਮਿਲ ਗਿਆ ਵੀ ਫਿਰ ਆਪਣੇ ਨੇ। ਆਖੋ ਸਤਨਾਮ। ਜੇ ਕੋਈ ਆਪਣਾ ਹੋ ਤੁਹਾਨੂੰ ਭੁੱਖਾ ਨਹੀਂ ਜਾਣ ਦੇਊਗਾ। ਬੇਗਾਨਾ ਬੇਗਾਨੇ ਨੂੰ ਮਿਲੇ। ਹੁਣ ਮੀਟਰ ਰੀਡਿੰਗ ਵਾਲੇ ਆਪਣੇ ਘਰੇ ਕਿੰਨੇ ਆਉਂਦੇ, ਆਪਾਂ ਕਿਤੇ ਰੋਟੀ ਖਵਾਈ ਉਹਨਾਂ ਨੂੰ? ਕੂੜਾ ਲੈਣ ਵਾਲੇ ਆਉਂਦੇ ਆ, ਹੋਰ ਬੜੇ ਆਉਂਦੇ। ਦੱਸੋ ਕਿਹਨੇ ਕਿਹਨੂੰ ਪਰੌਂਠੇ ਖਵਾਏ ਕਦੇ? ਉਸੇ ਨੂੰ ਖਵਾਇਆ ਜਾਊ ਜਿਹੜਾ ਸਾਡਾ ਆਪਣਾ ਹੋਏਗਾ। ਉਹ ਜਾਊ ਬਾਹ ਫੜ ਕੇ, ਨਹੀਂ ਰੋਟੀ ਖਾ ਕੇ ਜਾਈ, ਚਾਹ ਪੀ ਕੇ ਜਾਈ, ਪਾਣੀ ਪੀ ਕੇ ਜਾਈ, ਆ ਚਾਹ ਬਣਾਵਾਂਗੇ ਆ ਖਾ ਕੇ ਜਾਈ। ਹੁਣ ਭਾਈ ਮਰਦਾਨਾ ਜੀ ਬੈਠੇ ਤੇ ਇੰਦਰ ਸੈਨ ਮੰਗੇ ਆ ਗਿਆ। ਭਾਈ ਝੰਡਾ ਕਹਿੰਦਾ ਗੁਰਮੁਖਾ ਤੂੰ ਵੀ ਬਹਿ ਜਾ, ਕੁਝ ਛੱਕ ਕੇ ਚਲਿਆ ਜਾਈ। ਕਹਿੰਦਾ ਨਾ ਜੀ ਆਨੰਦ ਹੈ, ਕੁਛ ਨਹੀਂ ਛਕਣਾ। ਆਓ ਭਗਤ ਕਰੋ। ਮੈਂ ਤੇ ਇੰਨਾ ਹੀ ਦੱਸਣਾ ਸੀ ਵੀ ਇਹ ਗਲੀਆਂ ਚੁੜਦੇ ਫਿਰਦੇ ਸੀ, ਇਹ ਆਪਣੇ ਬਾਰੇ ਦੱਸਦੇ ਨਹੀਂ, ਤੁਹਾਡੇ ਬਾਰੇ ਪੁੱਛਦੇ ਆ। ਇੰਨਾ ਬਚਨ ਕਹਿ ਕੇ ਉਹ ਇੱਥੋਂ ਚੱਲ ਪਏ। या को है कुछ तुझ सो कामा, ਜਾਤੀ ਚਲਿਆ ਵਾ ਤੁਝ ਧਾਮਾ। ਉਹ ਘਰੇ ਆਉਣ ਦਾ ਕਾਰਨ ਦੱਸਦਾ ਸੀ ਵੀ ਸ਼ਾਇਦ ਕੋਈ ਇਹਨਾਂ ਨੂੰ ਤੁਹਾਡੇ ਨਾਲ ਜ਼ਰੂਰੀ ਕੰਮ ਹੋਣਾ, ਵਿਚਾਰੇ ਲੱਭਦੇ ਫਿਰਦੇ ਸੀ। ਇਹ ਬਚਨ ਕਹਿ ਕੇ ਇੰਦਰ ਸੈਨਤੀ ਉੱਥੋਂ ਆ ਗਏ। ਹੁਣ ਉਹਨਾਂ ਦੇ ਪੁੱਛਣ 'ਚ ਕੋਈ ਸ਼ੰਕਾ ਨਹੀਂ ਹੈ, ਬੇਕਾਰ ਨਹੀਂ ਹੈ, ਕੋਈ ਹਉਮੈ ਹੰਕਾਰ ਨਹੀਂ ਹੈ। ਜਸਟ ਨੌਲੇਜ ਲਈ ਪੁੱਛਦੇ ਸੀ ਵੀ ਇਹ ਆਏ ਨੇ, ਮੈਂ ਇਹਨਾਂ ਦੀ ਕੀ ਮਦਦ ਕਰ ਸਕਦਾ। ਮਦਦ ਵਾਸਤੇ ਪੁੱਛਿਆ। ਆਪਾਂ ਤੇ ਕੋਈ ਕਿਸੇ ਦੇ ਘਰੇ ਜਾਂਦਾ 20 ਵਾਰ ਪੁੱਛੀਦਾ, ਅੱਛਾ ਕਿਹਦੇ ਘਰ ਗਿਆ ਸੀ, ਕਿੰਨੇ ਜਣੇ ਉਹਨਾਂ ਦੇ ਪਰਿਵਾਰ 'ਚ, ਅੱਛਾ ਮੁੰਡਾ ਕੀ ਕਰਦਾ ਹੈ, ਕੁੜੀ ਕੀ ਕਰਦੀ ਹੈ, ਭਰਾ ਉਹਦਾ ਕੀ ਕਰਦਾ ਹੈ। ਅਸੀਂ ਲੈਂਦੇ ਫਿਰਦੇ ਇੰਟਰਵਿਊਆਂ। ਜਿਹੜਾ ਬੰਦਾ ਆਪਣੇ ਘਰੋਂ, ਜਿਹਦੀ ਘਰੇ ਇੱਜ਼ਤ ਨਹੀਂ ਨਾ, ਲੋਕਾਂ ਦੇ ਘਰਾਂ ਬਾਰੇ ਪੁੱਛਦਾ ਫਿਰੀ ਜਾਂਦਾ ਕੌਣ ਕੀ ਕਰਦਾ ਹੈ। ਜਿਹਦੀ ਘਰੇ ਇੱਜ਼ਤ ਹੋਊ, ਘਰੇ ਸਨਮਾਨ ਹੋਊ, ਕਹਿੰਦਾ ਮੈਂ ਕੀ ਲੈਣਾ, ਸਾਰੀ ਦੁਨੀਆ ਖੁਸ਼ ਹੈ, ਮੈਂ ਵੀ ਖੁਸ਼, ਪ੍ਰਸੰਨ। ਜਦੋਂ ਝੰਡੇ ਬੇਟੀ ਨੇ ਵੇਖਿਆ ਵੀ ਇੰਦਰ ਸੈਨ ਚੱਲਿਆ, ਉਹਨੇ ਸਿਰ ਨਵਾਇਆ, ਮੱਥਾ ਟੇਕਿਆ। ਮਰਦਾਨਾ ਵੇਖਦਾ ਇਹ ਉਹਨੂੰ ਮੱਥਾ ਟੇਕ ਰਿਹਾ, ਨਮਸਕਾਰ ਕਰਦਾ ਹੈ। ਕੋਈ ਤੇ ਗੱਲ ਥੋੜੀ ਦਿਲ 'ਚ ਬਹਿ ਗਈ ਗੱਲ ਵੀ ਜੋ ਵਿਅਕਤੀ ਮੈਨੂੰ ਛੱਡਣ ਆਇਆ ਹੈ, ਉਹਦਾ ਇੰਨਾ ਸਤਿਕਾਰ, ਐਡਾ ਵੱਡਾ ਰੁਤਬਾ ਵੀ ਇਹ ਝੰਡਾ ਬੇਟੀ ਵੀ ਉਹਨੂੰ ਨਮਸਕਾਰ ਕਰਦਾ ਏ। ਮੁਝਤ ਝੰਡਾ ਕੀਤੇ ਆਇਓ, ਕੌਣ ਨਾਮ ਕੋ ਬਨ ਤੁਹਾਇਓ। ਤੇ ਫਿਰ ਭਾਈ ਝੰਡਾ ਜੀ ਨਾ ਬੜੇ ਪਿਆਰ ਨਾਲ ਕੋਲੇ ਮੰਜੀ ਲੈ ਕੇ ਬੈਠ ਕੇ ਹੱਥ ਜੋੜ ਕੇ ਕਹਿੰਦੇ ਗੁਰਮੁਖਾ ਤੁਸੀਂ ਕਿੱਥੋਂ ਆਏ ਹੋ, ਆਪ ਜੀ ਦਾ ਨਾਮ ਕੀ ਹੈ। ਬੜੀ ਇੱਜ਼ਤ ਨਾਲ ਭਾਈ ਮਰਦਾਨਾ ਜੀ, ਕਿਵੇਂ ਆਣਾ ਹੋਇਆ ਤੁਹਾਡਾ ਗਰੀਬਾਂ ਦੀ ਕੁੱਲੀ ਵਿੱਚ। ਭਾਈ ਝੰਡਾ ਕੋਈ ਗਰੀਬ ਥੋੜੀ ਹੈ, ਰੱਬ ਦੀ ਬੜੀ ਕਿਰਪਾ ਹੈ ਜੀ, ਬੜਾ ਸਰਦਾ ਬਣਦਾ ਘਰ ਹੈ। ਪਰ ਨਿਮਰਤਾ ਇਹ ਕਹਿੰਦੀ ਆ ਵੀ ਅਸੀਂ ਗਰੀਬ ਹਾਂ ਤੇ ਤੁਸੀਂ ਮਹਿਮਾਨ ਹੋ। ਮਹਿਮਾਨ ਸਦਾ ਹੀ ਰਾਜਾ ਬਣ ਕੇ ਆਉਂਦਾ ਹੈ, ਇਸੇ ਕਰਕੇ ਉਹਨੂੰ ਜਜਮਾਨ ਕਿਹਾ ਜਾਂਦਾ ਏ। ਘਰ ਵਾਲਾ ਅਮੀਰ ਭਾਵੇਂ ਕਿੱਡਾ ਵੀ ਹੋਵੇ, ਉਹ ਗਰੀਬ ਹੀ ਹੈ। ਉਹ ਕਹਿੰਦਾ ਸ਼ਾਇਦ ਤੁਸੀਂ ਆਏ ਹੋ ਮੈਂ ਤੁਹਾਡੀਆਂ ਖੁਆਇਸ਼ਾਂ ਤੇ ਖਰਾ ਉਤਰਾਂ। ਆਉਣ ਵਾਲਾ ਆਖੇ ਮੈਂ ਪਨੀਰ ਭੁਰਜੀ ਖਾਣੀ ਤੇ ਤੁਸੀਂ ਦਾਲ ਬਣਾਈ ਫਿਰਦੇ ਤੇ ਗਰੀਬ ਹੀ ਹੋ। ਉਹ ਆਖੇ ਵੀ ਅੱਜ ਮੈਂ ਮਸ਼ਰੂਮ ਮਸਾਲਾ ਖਾਣਾ ਹੈ, ਉਹਦੇ ਮਨ 'ਚ ਚੱਲਦਾ ਹੈ, ਤੇ ਤੁਸੀਂ ਰੱਖੀ ਫਿਰਦੇ ਮਸਰੀ ਦੀ ਦਾਲ।
ਤੇ ਗਰੀਬ ਨਹੀਂ ਤੇ ਹੋਰ ਕੀ ਹੋ। ਇਹ ਸਮਝ ਵਾਲੀਆਂ ਗੱਲਾਂ। ਹੁਣ ਜਿਸ ਵੇਲੇ ਭਾਈ ਮਰਦਾਨਾ ਜੀ ਨੂੰ ਪੁੱਛਣਾ ਚਾਹਿਆ, ਕਹਿੰਦਾ ਮੇਰੇ ਲਾਇਕ ਸੇਵਾ। ਭਾਈ ਮਰਦਾਨੇ ਦੇ ਮਨ ਚ ਉੱਠੇ ਵੀ ਜੇ ਫਲ ਛਕਾ ਦੇਵੇ, ਵਧੀਆ ਭੋਜਨ ਬਣਾ ਦੇ। ਬੜੇ ਦਿਨ ਹੋ ਗਏ ਰੱਜ ਕੇ ਭੋਜਨ ਕੀਤਾ ਨਹੀਂ। ਦੋਹਰਾ ਮਰਦਾਨਾ ਮਮ ਨਾਮ ਹੈ, ਬਰਨ 84 ਜਾਨ। ਤੁਮਰੇ ਨਿਕਟ ਪਠਾਇਓ, ਸ੍ਰੀ ਨਾਨਕ ਗੁਣ ਖਾਨ। ਭਾਈ ਸਾਹਿਬ ਮੇਰਾ ਨਾਮ ਹੈ ਭਾਈ ਮਰਦਾਨਾ, ਜਾਤ ਮੇਰੀ 84। ਉਹਨੇ ਮੱਥੇ ਵੱਟ ਨਹੀਂ ਪਾਇਆ ਸੁਣ ਕੇ ਵੀ 84 ਮੰਜੇ ਤੇ ਬੈਠਾ। ਸਾਡੇ ਤੇ ਸਮਾਜ 'ਚ ਇਹ ਹੈ ਵੀ ਨੱਚਣ ਵਾਲਾ ਹੋਵੇ 84 ਹੋਵੇ, ਕੋਈ ਮੰਗਣ ਵਾਲਾ ਹੋਵੇ, ਕੰਮ ਵਾਲਾ ਹੋਵੇ, ਤੂੰ ਗਾਉਣਾ ਸੋਫੇ ਤੇ ਪੈਣ ਵਾਲਾ, ਚੱਲ ਥੱਲੇ ਬਹਿ ਕੇ ਰੋਗੀ ਖਾ। ਜਿੱਡੇ ਮਰਜ਼ੀ ਸੀ ਧਰਮੀ ਬਣੇ ਫਿਰਦੇ ਸਾਡੇ ਅੰਦਰ ਤੇ ਜ਼ਹਿਰ ਆ ਮਨੁੱਖਤਾ ਲਈ। ਉਹਨੇ ਨਹੀਂ ਵੇਖਿਆ ਵੀ 84 ਪਲੰਗੇ ਤੇ ਬੈਠਾ ਹੈ। ਕਹਿੰਦਾ ਮੇਰਾ ਨਾਮ ਮਰਦਾਨਾ ਏ, ਮੈਂ 84 ਹਾਂ, ਪੰਜਾਬੋਂ ਚੱਲ ਕੇ ਆਇਆ। ਮੇਰੇ ਮੁਰਸ਼ਿਦ ਮੇਰੇ ਮਾਲਕ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਨੇ ਮੈਨੂੰ ਤੇਰੇ ਘਰ ਭੇਜਿਆ। ਝੰਡੇ ਬੇਟੀ ਨੇ ਨਾਨਕ ਸ਼ਬਦ ਪਹਿਲੀ ਵਾਰ ਸੁਣਿਆ। ਪਹਿਲੀ ਵਾਰ ਸੁਣੋ। ਗੁਰੂ ਸਾਹਿਬ ਤੇ ਕਹਿੰਦੇ ਸਾਡਾ ਮਿੱਤਰ ਪਿਆਰ ਹੈ, ਜਾਓ ਉੱਥੇ। ਪਰ ਭਾਈ ਮਰਦਾਨਾ ਜੀ ਬੜੇ ਹੈਰਾਨ ਵੀ ਤੇ ਨਾਨਕ ਜੀ ਨੂੰ ਜਾਣਦੇ ਹੀ ਲੱਗਦਾ ਮਨਾ ਰੌਂਗ ਨੰਬਰ ਆਖੋ ਸਤਨਾਮ। ਆਪਾਂ ਕਿਸੇ ਹੋਰ ਦੇ ਘਰ ਆ ਗਏ ਸੋਚਦਾ ਮਨ ਚ। ਪਰ ਝੰਡੇ ਬੇਟੀ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ, ਮੈਂ ਤੇ ਜਾਣਦਾ ਹੀ ਨਹੀਂ ਨਾਨਕ ਜੀ ਨੂੰ ਕੌਣ ਨੇ। ਕਹਿੰਦਾ ਅੱਛਾ ਜੀ, ਉਹ ਕੌਣ ਨੇ? ਕਹਿੰਦਾ ਮੇਰੇ ਸਤਿਗੁਰੂ ਨੇ, ਮੇਰੇ ਗੁਰੂ ਹਨ, ਬੇਦੀਆਂ ਦੀ ਵੰਸ ਦੇ ਮਾਲਕ ਹਨ। ਸੋ ਪਏ ਝੰਡਾ ਕਹੇ ਨਾ ਹੋ ਕਬ ਜਾਨਤ, ਜੇ ਕੋ ਨਾਨਕ ਨਾਮ ਬਖਾਨਤ। ਹੁਣ ਇੱਥੇ ਬੋਲੀ ਦਾ ਫਰਕ ਹੈ। ਭਾਈ ਝੰਡਾ ਜੀ ਕਹਿੰਦੇ ਗੁਰਮੁਖਾ ਜਿਸ ਨਾਮ ਦਾ ਤੁਸੀਂ ਜ਼ਿਕਰ ਕੀਤਾ ਹੈ ਨਾਨਕ ਜੀ, ਇਹ ਨਾਮ ਨਾ ਤੇ ਮੈਂ ਕਦੇ ਸੁਣਿਆ ਜੀ, ਨਾ ਹੀ ਮੈਨੂੰ ਇਹਦੇ ਬਾਰੇ ਗਿਆਨ। ਤੇ ਜੇ ਹੁੰਦਾ ਸਾਡੇ ਵਰਗਾ ਸਾਡੀ ਬੋਲੀ ਪਤਾ, ਹਾਂ ਓਏ ਕਿਹੜੇ ਮੈਂ ਤੇ ਜਾਣਦਾ ਹੀ ਨਹੀਂ, ਤੈਨੂੰ ਕਿਹਨੇ ਭੇਜਿਆ? ਇਹੋ ਜਿਹੇ ਨਾਮ ਦੇ ਬੰਦੇ ਨੂੰ ਸੀ ਜਾਣਦੇ ਨਹੀਂ। ਚੱਲ ਬਾਹਰ। ਅਗਲਾ ਕਹਿੰਦਾ ਕਹਿਣ ਦੀ ਕਿ ਲੋੜ, ਆਪੇ ਚਲਿਆ ਜਾਂਦਾ ਵੀ ਗਲਤ ਪਾਸੇ ਆ ਗਿਆ। ਵੇਖੋ ਇਸ ਜਾਣੀਏ ਨਾ ਜਾਣੀਏ ਕੋਈ ਆਇਆ ਰੱਬ ਰੂਪ ਹੋ ਕੇ ਆਇਆ। ਦੋਨੇ ਹੱਥ ਜੋੜ ਕੇ ਕਹਿੰਦੇ ਜੀ ਇਹ ਨਾਮ ਮੈਂ ਆਪ ਜੀ ਦੀ ਰਸਨਾ ਤੋਂ ਪਹਿਲੀ ਵਾਰ ਸੁਣਿਆ, ਨਾਨਕ ਸ਼ਬਦ। ਮੈਂ ਪਹਿਲਾਂ ਕਦੇ ਵੀ ਨਹੀਂ ਸੁਣਿਆ, ਸਾਡੇ ਵੱਡਿਆਂ ਨੇ ਵੀ ਨਹੀਂ ਸੁਣਿਆ ਇਹ ਸ਼ਬਦ। ਕਿਉਂਕਿ ਇਹ ਜਿੱਥੇ ਜਿਹੜਾ ਇਲਾਕੇ 'ਚ ਆਏ ਹੋਏ ਆ, ਇਹ ਤੇ ਕੱਟੜ ਹਿੰਦੂ ਲੋਕਾਂ ਦਾ ਲੜ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਤੇ ਰੌਲਾ ਪਹਿਲਾਂ ਹੀ ਪੈਂਦਾ ਸੀ। ਪੰਡਤ ਕਹਿੰਦਾ ਮੈਂ ਇਹ ਨਾਮ ਨਹੀਂ ਰੱਖਣਾ, ਹਿੰਦੂਆਂ ਵਾਲਾ ਨਹੀਂ ਤੇ ਮੁਸਲਮਾਨਾਂ ਨਾਲ ਮੈਚ ਕਰਦਾ। ਪਿਤਾ ਵੀ ਕਹਿੰਦੇ ਸੀ, ਕਹਿੰਦੇ ਇਹ ਤੇ ਰਲਿਆ ਮਿਲਿਆ ਦਾ ਨਾਮ ਹੈ। ਹਰਦਿਆਲ ਜੀ ਕਹਿੰਦੇ ਰਲਿਆ ਮਿਲਿਆ ਨਹੀਂ, ਇਹ ਸਾਂਝਾ ਨਾਮ ਆਖੋ ਸਤਨਾਮ। ਇਹ ਮੁਸਲਮਾਨਾਂ ਦੇ ਪੀਰ ਹੋਣਗੇ ਤੇ ਹਿੰਦੂ ਸਿੱਖਾਂ ਦੇ ਗੁਰੂ ਹੋਣਗੇ। ਇਸ ਲਈ ਅਲੱਗ ਜਿਹਾ ਲੱਗਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਹ ਨਾਮ ਕਿਸੇ ਨੇ ਨਹੀਂ ਸੀ ਸੁਣਿਆ, ਨਾ ਕਿਸੇ ਨੇ ਰੱਖਿਆ ਸੀ। ਇਸੇ ਕਰਕੇ ਵਿਲੱਖਣ ਨਾਮ ਹੈ। ਵਿਖਾ ਦਿਓ ਜੀ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਬਗੈਰ ਕਿਸੇ ਦਾ ਨਾਨਕ ਨਾਮ ਪਹਿਲਾਂ ਗੁਰੂ ਸਾਹਿਬ ਤੋਂ ਆਇਆ। ਹੁਣ ਤੇ ਚਾਹੇ ਲੋਕ ਹਲਵਾਈਆਂ ਦੀਆਂ ਦੁਕਾਨਾਂ ਦੇ ਨਾਂ ਰੱਖੀ ਫਿਰਦੇ ਆ, ਨਾਈਆਂ ਦੀਆਂ ਦੁਕਾਨਾਂ ਦੇ ਨਾਂ ਰੱਖੀ ਫਿਰਦੇ ਆ। ਲੋਕਾਂ ਦਾ ਕੀ ਹੈ, ਨਾਮ ਰੱਖਿਆ ਥੋੜਾ ਰੱਬ ਬਣ ਜਾਣਗੇ। ਨਾਮ ਰੱਖਿਆ ਹੋਊਗਾ ਨਾਨਕ ਸਵੀਟ, ਗੁਰੂ ਗੋਬਿੰਦ ਸਵੀਟ, ਅੰਦਰ 7 ਦਿਨਾਂ ਦਾ ਬਾਸੀ ਮਾਲ। ਕੀ ਇਹ ਗੁਰੂ ਸਾਹਿਬ ਦੀ ਕਹਿਣੀ ਨਹੀਂ। ਨਾਨਕ ਸ਼ਬਦ ਸੁਣ ਕੇ ਝੰਡਾ ਬੇਟੀ ਹੈਰਾਨ ਹੈ ਵੀ ਉਹ ਗੁਰੂ ਕਿਹੜਾ ਜਿਹਦਾ ਸੇਵਕ 84 ਮੁਸਲਮਾਨ ਜਾਤ ਦਾ, ਪਰ ਕਿਹਦੇ ਗੁਰੂ ਬੇਦੀ ਕੋਲ ਜੋ ਆਪੋਜ਼ਿਟ ਦੁਨਿਆਵੀ ਭਾਰਤ ਦੇ ਕਾਨੂੰਨ ਦੇ ਮੁਤਾਬਕ ਹਿੰਦੂ ਮੁਸਲਮਾਨ ਕਦੇ ਇਕੱਠੇ ਹੋ ਗਏ। ਪਰ ਇਹ ਬੜੀ ਹੈਰਾਨੀ ਵਾਲੀ ਗੱਲ ਸੀ। ਝੰਡਾ ਬੇਟੀ ਸੋਚਦਾ ਵੀ ਕੋਈ ਉਹ ਵੱਡੀ ਖੁਦਾਈ ਹੋਊਗੀ ਜਿਹਨੇ ਮੇਰੇ ਘਰ ਮੇਰਾ ਨਾਮ ਲੈ ਕੇ ਭੇਜਿਆ ਵੀ ਝੰਡੇ ਦੇ ਘਰ ਚਲਿਆ ਜਾ, ਮੈਂ ਉਹਨੂੰ ਜਾਣਦਾ ਨਹੀਂ, ਮਤਲਬ ਉਹ ਤੇ ਫਿਰ ਮੈਨੂੰ ਜਾਣਦੇ ਹੋਣਗੇ। ਸੋਚ ਰਹੀ ਹੈ, ਕਨਫਰਮ ਕੁਛ ਨਹੀਂ। ਉਹ ਬੜੇ ਪਿਆਰ ਨਾਲ ਪੁੱਛਦਾ ਹੈ, ਕਹਿੰਦਾ ਜੀ ਫਿਰ ਆਪ ਜੀ ਨੂੰ ਮੇਰਾ ਨਾਮ ਕਿਹਨੇ ਦੱਸਿਆ? ਭਾਈ ਮਰਦਾਨਾ ਜੀ ਕਹਿੰਦੇ ਮੇਰੇ ਗੁਰੂ ਸਾਹਿਬ ਨੇ ਦੱਸਿਆ, ਤੁਹਾਡੇ ਪਿਤਾ ਜੀ ਦਾ ਨਾਮ ਪਾਖਰ ਬੇਟੀ ਹੈ। ਝੰਡਾ ਜੀ ਕਹਿੰਦੇ ਹਾਂਜੀ। ਮਨ 'ਚ ਇੱਕ ਵਾਰ ਤੇ ਆ ਗਿਆ ਕਿ ਮੇਰਾ ਛੱਡੋ ਤੇ ਮੇਰੇ ਪਿਤਾ ਦੇ ਨਾਮ ਨੂੰ ਵੀ ਜਾਣਦੇ, ਪਰ ਮੈਂ ਉਹਨਾਂ ਬਾਰੇ ਕਿਉਂ ਨਹੀਂ ਜਾਣਦਾ। ਆਗੇ ਸੁਣ ਨ ਦੇਖਾ ਕਬਹੇ,
ਤੁਮਨੇ ਨਾਮ ਸੁਨਾਵਾ ਅਬਹੀ। ਬੜੇ ਪਿਆਰ ਵਿੱਚ ਕੋਲ ਬਹਿ ਕੇ ਮੰਜੀ ਨੇੜੇ ਕਰਕੇ ਕਹਿੰਦੇ ਪਿਆਰਿਆ ਇਹ ਨਾਮ ਨਾ ਕਦੇ ਮੈਂ ਸੁਣਿਆ ਨਾ ਕਦੇ ਵੇਖਿਆ, ਮਤਲਬ ਕਿਸੇ ਦਾ ਨਾਮ ਹੈ ਹੀ ਨਹੀਂ ਨਾਮ। ਤੁਹਾਡੀ ਰਸਨਾ ਤੋਂ ਸੁਣਿਆ ਤੇ ਮੈਨੂੰ ਸੁਣ ਕੇ ਬੜਾ ਸਕੂਨ ਮਿਲਿਆ। ਨਾਨਕ ਜਦੋਂ ਭਾਈ ਮਰਦਾਨਾ ਜੀ ਨੇ ਬੋਲਿਆ ਨਾ ਤੇ ਉਹ ਰੱਬ ਦਾ ਨਾਮ ਹੈ। ਰੱਬ ਦਾ ਨਾਮ ਸੁਣ ਕੇ ਆਨੰਦ ਕਿਹਨੂੰ ਨਹੀਂ ਆਉਂਦਾ। ਝੰਡਾ ਬੇਟੀ ਦੇ ਨੇਤਰ ਭਰ ਆਏ, ਉਹਨੇ ਬੜੇ ਅਦਬ ਨਾਲ ਆਖਿਆ, ਕਹਿੰਦਾ ਜੀ ਇੰਨਾ ਪਿਆਰਾ ਮਹਿਬੂਬ ਦਾ ਨਾਮ ਜੀਵਨ ਵਿੱਚ ਸੁਣਿਆ ਪਹਿਲੀ ਵਾਰ, ਤੇ ਖੁਸ਼ੀ ਇਸ ਗੱਲ ਦੀ ਹੈ ਵੀ ਐਡਾ ਵੱਡਾ ਨਗਰ ਵਸਦਾ, ਤੁਸੀਂ ਗਰੀਬ ਦੀ ਕੁੜੀ ਸੀ ਆਏ ਹੋ। ਭਾਈ ਮਰਦਾਨਾ ਕਹਿੰਦਾ ਮੈਨੂੰ ਭੇਜਿਆ ਮੈਂ ਤਾਂ, ਕਹਿੰਦੇ ਇਹੀ ਕਹਿ ਰਿਹਾ। ਉਹ ਇੰਨਾ ਅਦਬ ਕਰਦੇ, ਇੰਨਾ ਸਤਿਕਾਰ ਕਰਦੇ ਆ, ਕਹਿੰਦੇ ਹੁਕਮ ਕਰੋ ਕੀ ਛਕੋਗੇ, ਕੀ ਤੁਹਾਡੇ ਲਈ ਪਰੋਸਿਆ ਜਾਵੇ। ਤੂੰ ਨਹਿ ਜਾਣਤ ਸੋ ਤੁਝ ਜਾਣੈ, ਚਲੋ ਹਦੂਰ ਲਈਏ ਪਹਿਚਾਨੈ। ਹੁਣ ਜਦੋਂ ਝੰਡਾ ਜੀ ਨੇ ਆਖਿਆ ਵੀ ਮੈਂ ਜਾਣਦਾ ਤੇ ਹੈ ਨਹੀਂ ਉਹਨਾਂ ਨੂੰ, ਪਰ ਮੈਂ ਜਾਣਨਾ ਚਾਹੁੰਦਾ, ਪਰ ਇਹ ਤਾਂ ਨਹੀਂ ਕਿਹਾ ਵੀ ਜੇ ਮੈਂ ਜਾਣਦਾ ਨਹੀਂ ਚੱਲ ਘਰੋਂ ਬਾਹਰ ਤੂੰ ਕੌਣ ਹੋ। ਅਸੀਂ ਤੇ ਇਸ ਨਾਮ ਤੇ ਬੰਦੇ ਨੂੰ ਜਾਣਦੇ ਨਹੀਂ, ਦੁਨਿਆਵੀ ਤੌਰ ਤੇ ਆਪਾਂ ਬੋਲਦੇ ਹਾਂ। ਭਾਈ ਮਰਦਾਨਾ ਕਹਿੰਦਾ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਉਹ ਤੁਹਾਨੂੰ ਜ਼ਰੂਰ ਜਾਣਦੇ ਨੇ। ਆਖੋ ਸਤਿਨਾਮ। ਐਸਾ ਕੌਣ ਹੈ ਜੋ ਮੇਰੇ ਬਾਰੇ ਸਭ ਕੁਝ ਜਾਣਦਾ ਹੈ, ਮੈਂ ਨਹੀਂ ਜਾਣ ਸਕਿਆ। ਭਾਈ ਮਰਦਾਨਾ ਜੀ ਕਹਿੰਦੇ ਉੱਠੋ ਤੁਹਾਨੂੰ ਮਿਲਾ ਲਿਆਉਂਦੇ ਆ। ਨਗਰ ਤੋਂ ਬਾਹਰ ਬੈਠੇ ਨੇ, ਜਾ ਕੇ ਉਹਨਾਂ ਦੇ ਦਰਸ਼ਨ ਕਰ ਲਓ। ਜੇ ਪਛਾਣ ਤੋ ਮੁਝੇ ਪਠਾਵਾ, ਬਿਨ ਜਾਣੇ ਸੁਧ ਕੇ ਆਵਾ। ਭਾਈ ਮਰਦਾਨਾ ਜੀ ਕਹਿੰਦੇ ਜੇ ਮੇਰਾ ਸੱਜਣ ਤੈਨੂੰ ਜਾਣਦਾ, ਮੈਨੂੰ ਤੇਰੇ ਘਰ ਤਾਂ ਹੀ ਭੇਜਿਆ। ਬਿਨਾ ਜਾਣੇ ਪਛਾਣੇ ਦੱਸੋ ਕਿਹਦੇ ਘਰ ਕੌਣ ਆਉਂਦਾ। ਆਖੋ ਸਤਿਨਾਮ। ਝੰਡੇ ਬੇਟੀ ਦੇ ਅੱਖਾਂ ਚੋਂ ਹੰਝੂ ਆਏ, ਹੱਥ ਜੋੜ ਕੇ ਕਹਿੰਦਾ ਵੇ ਸੱਜਣਾ ਤੂੰ ਮੈਨੂੰ ਕੋਈ ਆਮ ਨਹੀਂ ਲੱਗਦਾ, ਮੈਨੂੰ ਲੱਗਦਾ ਤੂੰ ਰੱਬ ਦਾ ਭੇਜਿਆ ਕੋਈ ਪਿਆਰਾ ਸੱਜਣ ਹੈ। ਭਾਈ ਮਰਦਾਨਾ ਜੀ ਕਹਿੰਦੇ ਤੂੰ ਸਹੀ ਪਛਾਣਿਆ, ਮੇਰਾ ਸਤਿਗੁਰੂ ਰੱਬ ਹੈ, ਮੇਰਾ ਪਿਆਰਾ ਗੁਰੂ ਨਾਨਕ ਉਹ ਆਪ ਪਰਮੇਸ਼ਰ ਹੈ। ਮੈਨੂੰ ਉਹਨਾਂ ਨੇ ਭੇਜਿਆ ਤੇਰਾ ਨਾਂ ਲੈ ਕੇ। ਮੈਂ ਤੇ ਬਾਜ਼ਾਰ ਚੱਲਿਆ ਸੀ, ਅੰਦਰ ਇੱਕ ਖਿੱਚ ਪੈਦਾ ਹੋ ਗਈ, ਜਿਸ ਗੁਰੂ ਨਾਨਕ ਨੇ ਮੇਰੇ ਘਰ ਆਪਣੇ ਸਿੱਖ ਨੂੰ ਭੇਜਿਆ, ਮੈਂ ਉਸ ਗੁਰੂ ਦੇ ਦਰਸ਼ਨ ਤੇ ਕਰ ਲਾਂ। ਸਤਿਨਾਮ। ਇਹਨੂੰ ਕਹਿੰਦੇ ਆ ਰੱਬ ਜੀ ਤੇ ਕਿਰਪਾ ਕਰੇ, ਘਰ ਬੈਠਿਆਂ ਦੇ ਕਰ ਦਿੰਦਾ। ਵਾਹਿਗੁਰੂ ਜੀ ਨੂੰ ਜੋ ਕੁਝ ਬਖਸ਼ਦਾ ਘਰੇ ਬੈਠਿਆਂ ਦੇ ਦਿੰਦਾ, ਤੇ ਜਿਹਨੂੰ ਨਾ ਦੇ ਗੰਗਾ ਨਹਾਇਆ ਵੀ ਨਹੀਂ ਮਿਲਦਾ, ਤੀਰਥ ਸਥਾਨਾਂ ਤੇ ਘੁੰਮ ਕੇ ਵੀ ਨਹੀਂ ਮਿਲਦਾ। ਇਹ ਪੂਰਬਲੇ ਕਰਮ ਵੀ ਹੁੰਦੇ ਆ ਜਿਹੜੇ ਅੱਗੇ ਆ ਜਾਂਦੇ ਆ, ਚੰਗਾ ਮਾੜਾ ਕੁਝ ਬਖਸ਼ ਦਿੰਦੇ ਆ। ਝੰਡਾ ਜੀ ਕਹਿੰਦੇ ਕਿਹੋ ਜਿਹਾ ਲਿਬਾਸ ਆ ਉਹਨਾਂ ਦਾ, ਕਹਿੰਦੇ ਜੀ ਲਿਬਾਸ ਤੇ ਫਕੀਰਾਂ ਵਾਲਾ ਹੈ। ਤੁਸੀਂ ਪਹਿਲੀ ਵਾਰ ਵੇਖੋਗੇ। ਕਹਿੰਦੇ ਨਾਲ ਕੌਣ ਹੈ, ਨਾਲ ਮੇਰੇ ਇੱਕ ਮਿੱਤਰ ਹੋਰ ਨੇ, ਭਾਈ ਬਾਲਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਗਰੋਂ ਬਾਹਰ ਰੁੱਖ ਦੀ ਛਾਵੇਂ ਬੈਠੇ ਨੇ। ਹੁਣ ਇਵ ਝੰਡਾ ਬੁੱਧ ਵਸੀਖਾ, ਬੂਝਤ ਕੋ ਸਰੀਰ ਤਿੰਨ ਬਿਖਾ। ਭਾਈ ਝੰਡਾ ਜੀ ਪੁੱਛਦੇ, ਕਹਿੰਦੇ ਤੁਹਾਡੇ ਗੁਰੂ ਨੇ ਜਿਹੜੇ ਉਹ ਕਿਹੜੇ ਵੇਸ ਨੂੰ ਬਿਲੋਂਗ ਕਰਦੇ ਆ, ਮਤਲਬ ਉਹ ਸਾਧੂ ਨੇ ਜੇ ਕਿਹੜੀ ਸੰਪਰਦਾ ਚੋਂ, ਕਿਹੜੀ ਬੜੀ ਸੰਪਰਦਾ, ਜਾਂ ਉਹ ਆਈ ਪੰਥ ਚੋਂ ਨੇ, ਉਦਾਸੀਨ ਨੇ, ਬਿਰਕਤ ਨੇ, ਕਿਹੜੇ ਆ। ਹੁਣ ਇੱਥੇ ਸਮੇਂ ਦੀ ਸਮਾਪਤੀ ਹੈ। ਜੋ ਕੁਝ ਹੋਏਗਾ ਇਹ ਪ੍ਰਸੰਗ ਬੜੇ ਗਹਿਰੇ ਹੁੰਦੇ ਜਾਣਗੇ, ਰਸਮਈ ਹੋਣਗੇ। ਸਤਿਗੁਰਾਂ ਦੀ ਕਿਰਪਾ ਨਾਲ ਸਰਵਣ ਕਰਾਂਗੇ। ਉਹ ਪੁੱਛਣਾ ਚਾਹੁੰਦੇ ਮੈਨੂੰ ਆਪਣੇ ਗੁਰੂ ਜੀ ਬਾਰੇ ਦੱਸੋ, ਮੈਂ ਉਸੇ ਮੁਤਾਬਕ ਭੋਜਨ ਲੈ ਕੇ ਜਾਵਾਂ, ਕਿਉਂਕਿ ਸਾਧੂਆਂ 'ਚ ਬੜੇ ਫਿਰਕੇ ਆ। ਕਈ ਸਾਧੂ ਰੋਟੀ ਨਹੀਂ ਖਾਂਦੇ, ਸਿਰਫ ਪਾਣੀ ਪੀਂਦੇ ਆ। ਕਈ ਸਾਧੂ ਪੱਤੇ ਖਾ ਕੇ ਗੁਜ਼ਾਰਾ ਕਰਦੇ, ਕਈ ਫਲ ਛਕਦੇ ਆ, ਕਈ ਕੰਦ ਮੂਲ ਖਾਂਦੇ ਆ, ਜੜਾਂ ਜਿਵੇਂ ਮੂਲੀਆਂ, ਗਾਜਰਾਂ, ਹੋਰ ਧਰਤੀ 'ਚ ਹੋਣ ਵਾਲੀਆਂ ਚੀਜ਼ਾਂ ਛਕਦੇ ਆ। ਕਈ ਸੁੱਕਾ ਭੋਜਨ ਛਕਦੇ ਆ, ਕਈ ਤਲਿਆ ਨਹੀਂ ਖਾਂਦੇ। ਕਈ ਐਸੇ ਵੀ ਹੁੰਦੇ ਆ ਉਹ ਕਹਿੰਦੇ ਔਰਤਾਂ ਦੇ ਹੱਥ ਦਾ ਭੋਜਨ ਨਹੀਂ ਖਾਣਾ। ਇਸ ਕਰਕੇ ਪੁੱਛਦੇ, ਕਹਿੰਦੇ ਤੁਹਾਡੇ ਗੁਰੂ ਸਾਹਿਬ ਕਿਹੜਾ ਭੋਜਨ ਛਕਦੇ ਆ, ਕਿਸ ਮਤ ਦੇ। ਮਰਦ ਦੀ ਕਿਰਪਾ ਨਾਲ ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।